3 ईयर के नाल रही मेरे 2019 ਤੋਂ 1-2 ਮਹੀਨੇ ਘੱਟ ਰਹੀ। ਹਾਂਜੀ ਇਹਨ ਫਿਰ ਆਇਲਟ ਕਰ ਲਈ ਤੁਸੀਂ? ਆਇਲਟ ਕਰਾਈ ਜਾਂ ਕਿ ਪਹਿਲਾਂ ਕੀਤੀ ਹੋਈ ਸੀ? ਹਾਂਜੀ ਆਇਲਸ ਪਹਿਲੇ ਨਹੀਂ ਬਾਅਦ ਚ ਕਰਾਈ ਹੈਗੀ ਹੈ। ਤੁਹਾਡੀ ਏਜ ਤੇ ਇਹਦੀ ਏਜ ਦੇ ਵਿੱਚ ਕੀ ਫਰਕ ਬਾਅਦ ਕਿੰਨਾ? ਚ ਕਰਵਾਈ ਹੈਗੀ ਸੀ। ਇਹਦੀ ਏਜ ਕਿੰਨੀ ਆ? ਸਰ ਇਹਦੀ 2 ਸਾਲ ਮੇਰੇ ਤੋਂ ਛੋਟੀ ਗਈ, ਹੁਣ 20 ਦੀ ਗਈ। ਇਹ ਕਿੰਨੀ ਦੀ ਹੁਣ? 28 ਦੀ ਆ? ਹਾਂਜੀ ਇਹਦੀ ਏਜ ਕਿੰਨੀ ਹੁਣ ਇਸ ਵੇਲੇ? 27 ਤੇ ਤੁਹਾਡੀ? 29 29। ਤੁਹਾਡੇ ਮਾਮੇ ਦਾ ਨਾਮ ਕੀ ਹੈ? ਆਸ਼ੀਸ਼? ਸੌਰੀ ਸਰ ਕੀ ਕਿਹਾ? ਵਾਟ ਇਜ਼ ਯਰ ਫਾਦਰ ਨੇਮ? ਰਜਿੰਦਰ ਕੁਮਾਰ। ਰਜਿੰਦਰ ਕੁਮਾਰ। ਹਾਂਜੀ। ਤੁਹਾਡੀ ਮੰਮੀ ਜੀ ਦਾ ਨਾਮ ਕੀ ਹੈ? ਮਾਤਾ ਜੀ ਦਾ? ਮਾਤਾ ਜੀ ਦਾ ਨਾਮ ਸਵੀਟੀ ਖੋਸਲਾ। ਸਵੀਟੀ ਖੋਸਲਾ। ਹਾਂਜੀ। ਕਿੰਨੇ ਭੈਣ ਭਰਾ ਹੋ ਆਪ ਜੀ? ਸਰ ਮੇਰੀ ਸਿਸਟਰ ਹੈਗੀ ਹੈ ਬਸ। ਆਪ ਜੀ ਸਰ ਕੀਤਾ ਹੈ ਕੰਪਲੇਂਟ, ਪੀਡੀਆਈ ਨੰਬਰ ਵੀ ਨਾ ਦਿੱਤਾ ਹੈਗਾ, ਬਾਕੀ ਜੇ ਕੋਈ ਰਿਸਪੌਂਸ ਨਹੀਂ ਆ ਰਿਹਾ ਹੈਗਾ। ਦੇਖੋ ਕੰਪਲੇਂਟ ਕਰਨੀ ਵੱਖਰੀ ਗੱਲ ਹੈ, ਪਰ ਪੁਲਿਸ ਨੇ ਐਕਸ਼ਨ ਕੀ ਲਿਆ ਸੋ ਫਾਰ? ਸਰ ਉਹਨਾਂ ਨੇ 1-2 ਵਾਰੀ ਬੁਲਾਇਆ ਤੇ ਪਾਪਾ ਨੂੰ, ਬਾਕੀ ਮੇਲ ਵੀ ਇਹਨੂੰ ਕੀ ਹੈ, ਪਰ ਉਸ ਤੋਂ ਬਾਅਦ ਰਿਸਪੌਂਸ ਨਹੀਂ ਆਇਆਗਾ। ਰਿਸਪੌਂਸ ਤੁਹਾਨੂੰ ਨਹੀਂ ਆਉਣਾ। ਯੂ ਸ਼ੁਡ ਗੋ ਟੂ ਪੁਲਿਸ ਸਟੇਸ਼ਨ ਅਗੇਨ ਕਿ ਮੇਰੇ ਨੇ ਫਰਾਡ ਕੀਤਾ ਹੈ। ਤੇ ਇੱਕ ਤੁਸੀਂ CBSE ਨੂੰ ਇੱਕ ਲੈਟਰ ਲਿਖੋ, ਇੱਕ RCMP ਲਿਖੋ ਕਿ ਮੇਰੇ ਫਰਾਡ ਕੀਤਾ, ਇਹਨੇ ਮੇਰੇ ਨਾਲ ਵਿਆਹ ਕਰਾ ਕੇ ਆਈ ਇੱਥੇ ਤੇ ਪੈਸੇ ਲਵਾ ਕੇ ਆਈ, ਮੈਂ ਫੀਸ ਤਾਰੀ ਹੈ ਤੇ ਇਹ ਫਰਾਡ ਦੇ ਵਿੱਚ ਚਾਰਜ ਹੋਗੀ ਤੇ ਇਮੀਗ੍ਰੇਸ਼ਨ ਜਿਹੜੀ ਹੈ। ਅਸੀਂ ਕਿਸੇ ਨਾਲ ਅੱਜ ਨਹੀਂ ਤੱਕ ਮਾਰਕੀਟ ਦੇ ਵਿੱਚ ਮੈਂ ਲੱਖਾਂ ਰੁਪਈਆ ਦਾ ਕੰਮ ਕਰਦਾ ਵਾਂ, ਕਦੀ 1 ਰੁਪਈਏ ਦਾ ਕਿਸੇ ਨਾਲ ਫਰੋਡ ਨਹੀਂ ਕੀਤਾ। ਇਸ ਬੰਦੇ ਦੀ ਆਪਣੇ ਖਾਤਰ ਦੇ ਵਿੱਚ ਤੜਕੇ ਜਦੋਂ ਬੇਟੀ ਨੂੰ ਕਹਿੰਦੀ ਸੀ ਵੀ ਤੂੰ ਕਾਗਜ਼ ਲਾ ਕਰੋ, ਇਹ ਕਿਉਂ ਨਹੀਂ ਲਾਉਂਦਾ? ਇਹ ਕਿਉਂ ਨਹੀਂ ਸੀ ਉਹਦਾ ਕਹਿਣਾ ਮੰਨਦਾ? ਇਹਨਾਂ ਦੀ ਆਪਸ ਚ ਕੋਈ ਗੱਲ ਹੋਈ ਹੈ, ਮੈਨੂੰ ਤੇ ਕਿਸੇ ਗੱਲ ਦਾ ਵੀ ਨਹੀਂ ਪਤਾ ਸਰ। ਪਰ ਤੁਸੀਂ ਐਡਾ ਵੱਡਾ ਤੂਫਾਨ ਤੋਲ ਦਿੱਤਾ ਕਿ 70,000 ਰੁਪਏ ਕਮਾ ਰਹੀ ਹੈ ਲੜਕੀ। 70,000 ਰੁਪਏ ਦੀ ਕੋਈ ਜੌਬ ਹੋ ਹੀ ਨਹੀਂ ਸਕਦੀ ਕਿਸੇ ਵੀ ਹਾਲਤ ਵਿੱਚ। ਇਹ ਤੁਹਾਡਾ ਕੋਰਾ ਝੂਠ ਹੈ। ਤੇ ਤੁਹਾਨੂੰ ਵੀ ਪਤਾ ਅੰਮ੍ਰਿਤਸਰ ਵਿੱਚ 70,000 ਕੌਣ ਕਮਾਉਂਦਾ ਵਾ? ਅੰਮ੍ਰਿਤਸਰ ਵਿੱਚ 70,000 ਰੁਪਇਆ ਸੈਲਰੀ। ਮੇਰੀ ਕੋਈ ਗੱਲ ਸੁਣੋ, लग रहा है लेकिन जिद्दा जिद्दा करके मैं अपनी फीस पे की थी। जिस दिन मेरी फीस पे होनी ना 7 सितंबर ਨੂੰ 7 अगस्त ਨੂੰ ਇਸ ਬੰਦੇ ਨੇ ਮੇਰਾ ਫੋਨ ਨਹੀਂ ਚੱਕਿਆ ਕੰਸੈਕਟਿਵ 4 ਮੰਥ। ਉਸ ਤੋਂ ਬਾਅਦ ਫਿਰ ਇਸ ਬੰਦੇ ਨੇ ਕੀ ਕੀਤਾ, ਮੈਨੂੰ ਫੋਨ ਕੀਤਾ। ਉਸ ਤੋਂ 2 ਮਹੀਨੇ ਬਾਅਦ ਮੇਰੀ ਫੀਸ ਪੇ ਹੋਣ ਤੋਂ ਬਾਅਦ ਮੈਨੂੰ ਡਾਕੂਮੈਂਟ ਭੇਜ ਦੇ। ਯਾਰ ਜਦ ਤੈਨੂੰ ਮੇਰੇ ਨਾਲ ਲੜਨ ਸੁਣਾ ਨਹੀਂ, ਤੈਨੂੰ ਮੇਰੇ ਮਰੇ ਦੀ ਤਾਂ ਨਹੀਂ ਪਤਾ, ਤੈਨੂੰ ਇਹ ਨਹੀਂ ਪਤਾ ਅਗਲੇ ਦੀ ਮਾਂ ਮਰੀ, ਤੂੰ ਕੋਈ ਅਫਸੋਸ ਨਹੀਂ ਕਰ ਸਕਦਾ, ਤੇਰੇ ਘਰ ਦੇ ਮੈਨੂੰ ਹਮਦਰਦੀ ਨਹੀਂ ਦੇ ਸਕਦੇ, ਤੂੰ ਫਿਰ ਮੇਰੇ ਤੋਂ ਡਾਕੂਮੈਂਟ ਮੰਗ ਰਿਹਾ। ਫਿਰ ਵੀ ਮੈਂ ਕੀ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ ਆਸ਼ੀਸ਼, ਕੋਈ ਨਹੀਂ, ਮੈਂ ਤੈਨੂੰ ਡਾਕੂਮੈਂਟ ਜ਼ਰੂਰ ਭੇਜਾਂਗੀ, ਮੈਨੂੰ ਵਰਕ ਪਰਮਿਟ ਤੇ ਆ ਲੈਂਦੇ, ਹਜੇ ਕੋਵਿਡ ਚੱਲ ਰਿਹਾ। ਹੁਣ ਮੈਂ ਇਹਦੇ ਤੇ ਐਲੀਗੇਸ਼ਨ ਲਗਾਵਾਂ ਕਿ ਜੇ ਮੈਨੂੰ ਕੱਲ ਕੁਝ ਹੋ ਗਿਆ ਤੇ ਆਸ਼ੀਸ਼ ਇਜ਼ ਰਿਸਪੌਂਸਿਬਲ, ਆਈ ਵਿਲ ਕਲੇਮ ਦੈਟ ਅਕੋਰਡਿੰਗ ਟੂ ਯੂ ਵਾਂਟ ਮੀ ਟੂ ਡੂ ਦੈਟ? One second. Okay, I'll give you answer. Hold on both party. Hold on both party, please. ਕੁੜੀਆਂ ਮੈਂ ਪਲੀਜ਼ ਮੇਰੀ ਮੈਰਿਜ ਕਿਹੜੀ ਹੋ ਨਹੀਂ ਹੈ, ਫਿਰ ਮੈਂ ਕਰਵਾਈ ਹੈ 2016 ਦੀ ਮੈਰਿਜ ਹੋਈ ਹੋਈ ਹੈ। ਅਰਵਿੰਨਾ ਜੀ, can you hold 1 second? It's been 5 years. ਜੇ ਮੈਨੂੰ ਯੂਜ਼ ਕਰਨਾ ਹੁੰਦਾ ਤੇ ਮੈਂ 2019 ਤੱਕ ਦਾ ਵੇਟ ਨਹੀਂ ਕਰਨਾ ਹੀ। Try to understand my case is not like others. ਤੇ ਫਿਰ ਇੱਕਦਮ ਮਾਈਂਡ ਕਿੱਦਾਂ ਬਦਲ ਗਿਆ ਫਿਰ? ਰਵੀਨਾ ਤੁਸੀਂ PCC ਕਲੀਅਰ ਕਰਵਾ ਕੇ ਉਸ ਤੋਂ ਬਾਅਦ ਮਾਈਂਡ ਬਦਲ ਗਿਆ। Slow down 1 second. ਰਵੀਨਾ, are you listening to me? ਤੁਸੀਂ ਸੁਣ ਰਹੇ ਮੇਰੀ ਆਵਾਜ਼ ਨੂੰ? ਹਾਂਜੀ ਜੀ ਬੋਲੋ। ਹਾਂ, ਇੱਕ ਗੱਲ ਤਾਂ ਸਲੋ ਡਾਊਨ ਹੋਵੋ ਤੇ ਦੂਜਾ ਤੁਸੀਂ ਨਾ ਹਾਈ ਪਿਚ ਵਿੱਚ ਨਾ ਗੱਲ ਕਰੋ। ਹਾਜ਼ਰ ਤੁਹਾਡੇ ਸੇ ਆਸ਼ੀਸ਼ ਖੋਸਲਾ ਜੀ। ਆਸ਼ੀਸ਼ ਜੀ, ਤੁਹਾਡਾ ਡਿਸਟ੍ਰਿਕਟ ਕਿਹੜਾ ਆ? ਹੈਲੋ, ਤੁਹਾਡਾ ਡਿਸਟ੍ਰਿਕਟ ਕਿਹੜਾ ਆਸ਼ੀਸ਼ ਜੀ? ਸਰ ਮੈਂ ਅੰਮ੍ਰਿਤਸਰ। ਤੁਸੀਂ ਅੰਮ੍ਰਿਤਸਰ ਤੋਂ ਬੋਲ ਰਹੇ ਹੋ? ਹਾਂਜੀ ਹਾਂਜੀ। ਤੁਹਾਡੀ ਐਜੂਕੇਸ਼ਨ ਕੀ ਹੈ? ਸਰ ਮੈਂ BCom ਕੀਤੀ ਜੀ। ਏਜ ਕੀ ਹੈ ਤੁਹਾਡੀ? ਸਰ ਮੇਰੀ 29 ਏਜ ਹੈ ਜੀ। 29 ਹੈ। ਇਸ ਵੇਲੇ ਤੁਸੀਂ ਪੜ੍ਹ ਰਹੇ ਹੋ ਜਾਂ ਫਿਰ ਤੁਸੀਂ ਹਟ ਚੁੱਕੇ ਹੋ? ਨਹੀਂ ਸਰ, ਮੈਂ ਸਟੱਡੀ ਕੰਪਲੀਟ ਕਰ ਲਈ, ਹੁਣ ਮੈਂ ਜੌਬ ਕਰਦਾ ਪਿਆ। ਕੀ ਜੌਬ ਕਰਦੇ ਹੋ? ਸਰ ਮੈਂ ਐਕਸਿਸ ਬੈਂਕ 'ਚ ਜੌਬ ਕਰ ਰਿਹਾ। ਕਿੰਨੀ ਇਨਕਮ ਤੁਹਾਡੀ? ਸਰ ਮੇਰੀ 16,000 ਹੈਗੀ ਹੈ। 16,000 ਇੰਸੈਂਟਿਵ ਵਗੈਰਾ ਪਾ ਕੇ 20-25 ਤੱਕ। ਮੈਂ ਤੁਹਾਡੀ ਸਟੋਰੀ ਨੂੰ ਕਵਰ ਕਰਨ ਤੋਂ ਪਹਿਲਾਂ ਤੁਹਾਡੇ ਤੋਂ ਪਰਮਿਸ਼ਨ ਲੈਣੀ ਚਾਹਾਂਗਾ ਪ੍ਰੋਸੀਡ ਕਰਨ ਲਈ। ਸੋ ਤੁਸੀਂ ਮੈਨੂੰ ਪ੍ਰੋਸੀਡ ਕਰਨ ਦੀ ਆਗਿਆ ਦਿਓ ਔਰ ਅਸੀਂ ਪ੍ਰੋਸੀਡ ਕਰਨਾ ਚਾਹਾਂਗੇ ਤੁਹਾਡੀ ਸਟੋਰੀ ਨੂੰ। ਸੇ ਯੈਸ ਪਲੀਜ਼। ਹਾਂਜੀ ਸਰ ਜੀ। ਗਰਮੀਆਂ ਦੇ ਸੀਜ਼ਨ ਵਿੱਚ
ਮੇਰੇ ਲਾਈਨ ਤੇ ਆਸ਼ੀਸ਼ ਘੋਸ਼। ਖੁਸ਼ ਜੀ ਤੁਸੀਂ ਸ਼ਾਦੀशुदा ਹੋ? ਹਾਂਜੀ ਸਰ। ਤੁਹਾਡੀ ਸ਼ਾਦੀ ਕਿਹੜੇ ਸਾਲ ਚ ਕਦੋਂ ਹੋਈ? ਸਰ ਅਗਸਤ ਨਵੰਬਰ 2016 ਚ ਹੋਈ ਸੀ। ਨਵੰਬਰ 2016 ਨਵੰਬਰ ਕਿੰਨੇ ਨੂੰ? ਸਰ 29 ਨਵੰਬਰ। ਅੰਮ੍ਰਿਤਸਰ ਵਿੱਚ ਹੋਈ ਸੀ? ਹਾਂਜੀ ਸਰ। ਲਵ ਮੈਰਿਜ ਸੀ ਜਾਂ ਅਰੇਂਜ ਸੀ? ਸਰ ਲਵ ਮੈਰਿਜ ਹੈਗੀ ਸੀ। ਓ ਲਵ ਮੈਰਿਜ। ਤੁਸੀਂ ਕਿੰਨੇ ਚ ਲੜਕੀ ਨੂੰ ਪਿਆਰ ਕੀਤਾ ਤੇ ਲੜਕੀ ਨੇ ਤੁਹਾਨੂੰ ਪਿਆਰ ਕੀਤਾ ਪਹਿਲਾਂ ਜਾਂ ਤੁਸੀਂ ਕੀਤਾ ਸੀ? ਸਰ ਪਹਿਲੇ ਮੈਂ ਹੀ ਕੀਤਾ ਸੀ। ਪ੍ਰਪੋਜ਼ਲ ਤੁਹਾਡੇ ਵੱਲੋਂ ਸੀ? ਹਾਂਜੀ ਸਰ। ਓ ਬॉय। ਓਕੇ, ਤੁਸੀਂ ਕਿੱਥੇ ਮਿਲੇ? ਆਪਣੀ ਤੁਹਾਡੀ ਵਾਈਫ ਦਾ ਨਾਮ ਕੀ ਸੀ? ਸਰ ਰੂਬੀਨਾ ਦਾ ਨੇਮ। ਵਾਟਸ ਹਰ ਨੇਮ? ਰੂਬੀਨਾ। ਓ ਰੂਬੀਨਾ। ਰੂਬੀਨਾ ਕਿੱਥੇ ਲੱਭੀ ਫਿਰ? ਸਰ ਅੰਮ੍ਰਿਤਸਰ ਚ ਹੀ ਹੈ ਆਪਣਾ ਫੋਰੈਸਟ ਕਾਲਜ ਸਟੱਡੀ ਕਰਦੀ ਸੀ। ਓਕੇ, ਸਟੱਡੀ ਕਰਦੀ ਸੀ। ਪਹਿਲਾਂ ਤੁਸੀਂ ਕਿਵੇਂ ਕਿਸ ਤਰ੍ਹਾਂ ਇੱਕ ਦੂਜੇ ਨੂੰ ਮਿਲੇ? ਸਰ ਪਹਿਲੇ ਤੇ ਟੈਲੀਫੋਨਿਕ ਹੀ ਹੁੰਦੀ ਸੀ, ਚੈਟਿੰਗ ਵਗੈਰਾ ਹੁੰਦੀ ਸੀ, ਫਿਰ ਫੋਨ ਤੇ ਗੱਲ ਹੋਣੀ ਸ਼ੁਰੂ ਹੋਈ, ਫਿਰ ਹੌਲੀ ਹੌਲੀ ਫਿਰ ਨਹੀਂ ਤੁਸੀਂ ਫਸਟ ਟਾਈਮ ਫੋਨ ਕਿੱਥੋਂ ਲਿਆ ਨਾ ਰਵੀਨਾ ਦਾ? ਹਾਊ ਯੂ ਫਾਈਂਡ ਆਊਟ? ਫੇਸਬੁੱਕ ਤੋਂ? ਤੁਸੀਂ ਰਵੀਨਾ ਦਾ ਫੋਨ ਜਦ ਪਹਿਲੀ ਗੱਲਬਾਤ ਹੋਈ ਤੁਸੀਂ ਟੈਲੀਫੋਨ ਤੋਂ ਸ਼ੁਰੂ ਹੋਏ ਹੋ? ਸਰ ਪਹਿਲੇ ਮੈਂ ਉਹ ਬਾਹਰ ਹੈਗਾ ਸੀ, ਓਮਾਨ ਸੀ ਉਦੋਂ। ਹਾਂ 2015 ਦੀ ਗੱਲ ਹੈਗੀ ਹੈ। ਓਕੇ। ਹਾਂਜੀ। ਤੁਹਾਡੀ ਜਿਹੜੀ ਤੁਹਾਡੀ ਪਿਆਰ ਕਹਾਣੀ ਜਿਹੜੀ ਕਿ ਤੁਹਾਡੀ ਲਵ ਸਟੋਰੀ ਜਿਹੜੀ ਜ਼ਿੰਦਗੀ ਦੀ ਪਿਆਰ ਕਰਨ ਤੁਸੀਂ ਕਦੋਂ ਸ਼ੁਰੂ ਕੀਤਾ, ਕਿਵੇਂ ਕੀਤਾ? ਸਰ ਜਨਵਰੀ 2015 ਤੋਂ ਸਟਾਰਟ ਹੋਈ ਸੀ। ਓਕੇ, ਕਿਵੇਂ ਹੋਈ ਸੀ ਸਟੋਰੀ ਇਹ? ਸਰ ਫੋਨ ਤੇ ਸੀ ਪਹਿਲੇ, ਫਿਰ ਹੌਲੀ ਹੌਲੀ ਫਿਰ ਅਟਰੈਕਸ਼ਨ ਹੁੰਦੀ ਰਹੀ। ਫੋਨ ਤੇ ਟੈਲੀਫੋਨਿਕ ਪਹਿਲੇ ਚੈਟਿੰਗ ਹੁੰਦੀ ਸੀ, ਫਿਰ ਫੋਨ ਤੇ ਗੱਲਬਾਤ ਹੁੰਦੀ ਸੀ। ਫਿਰ ਮੈਂ ਉੱਥੇ ਓਮਾਨ ਹੈਗਾ ਸੀ ਤੇ ਓਮਾਨ ਤੋਂ ਫਿਰ ਮੈਂ ਇਹਦੇ ਲਈ ਫਿਰ ਵਾਪਸ ਆ ਗਿਆ ਸੀ ਉੱਥੋਂ। ਤੁਸੀਂ ਓਮਾਨ ਤੋਂ ਆਉਣ ਦਾ ਕਾਰਨ ਇਹ ਰਵੀਨਾ ਸੀ? ਰਵੀਨਾ ਕਹਿੰਦੀ ਤੁਸੀਂ ਆਓ ਇੰਡੀਆ ਆ ਜਾਓ? ਹਾਂਜੀ, ਫੋਰਸ ਕਰ ਰਹੀ ਸੀ ਕਾਫੀ। ਤੁਸੀਂ ਓਮਾਨ ਵਿੱਚ ਕਿੰਨੇ ਪੈਸੇ ਕਮਾ ਰਹੇ ਸੀ? ਸਰ ਉੱਥੇ ਮੇਰੀ 35,000 ਹੈਗੀ ਸੈਲਰੀ ਇੰਡੀਅਨ ਰੁਪੀ। ਓਕੇ, ਤੇ ਤੁਸੀਂ ਇਹ ਛੱਡ ਕੇ ਇਹਦੀ ਖਾਤਰ ਆਏ ਹੋ? ਹਾਂਜੀ ਸਰ। ਇਹਨੇ ਹੁਣ ਤੁਹਾਨੂੰ ਧੋਖਾ ਦਿੱਤਾ? ਸਰ ਪਹਿਲੇ ਤੇ ਠੀਕ ਰਹੀ ਸੀ, ਜਦੋਂ ਤੱਕ ਮੈਰਿਜ, ਜਦੋਂ ਇੱਥੇ ਇੰਡੀਆ 'ਚ ਰਹੀ ਠੀਕ ਰਹੀ ਮੇਰੇ ਨਾਲ, ਬਹੁਤ ਅੰਡਰਸਟੈਂਡਿੰਗ ਰਹੀ ਸਾਡੀ ਉਹਨਾਂ ਦੀ। ਓਕੇ। ਫਿਰ ਜਦੋਂ ਉੱਥੇ ਭੇਜਿਆ, ਕੈਨੇਡਾ ਭੇਜਿਆ, ਤੇ 6 ਮੰਥ ਹੀ ਬਾਅਦ ਹੌਲੀ ਹੌਲੀ ਮੈਨੂੰ ਇੰਨਾ ਜ਼ਿਆਦਾ ਇਗਨੋਰ ਕੀਤਾ, ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਹੁਣ। ਹੋਲਡ ਔਨ। ਤੁਸੀਂ 2015 ਵਿੱਚ ਅਮਾਨ ਸੀ, ਉੱਥੋਂ ਵਾਪਸ ਆ ਗਏ। ਸ਼ਾਦੀ 29 ਨਵੰਬਰ ਨੂੰ 2016 ਵਿੱਚ ਕਰ ਦਿੱਤੀ। 16 ਚ ਮੈਂ ਵਾਪਸ ਆਇਆ ਸੀ। ਸ਼ਾਦੀ ਕਦੋਂ ਹੋਈ ਤੁਹਾਡੀ? 16 ਚ, ਨਵੰਬਰ 2016 ਚ। ਹਾਂ 2016 ਸ਼ਾਦੀ ਹੁੰਦੀ ਹੈ। ਸ਼ਾਦੀ ਤੋਂ ਬਾਅਦ ਤੁਹਾਡੇ ਨਾਲ ਕਿੰਨਾ ਸਮਾਂ ਰਹੇ? ਸ਼ਾਦੀ ਤੋਂ ਪਹਿਲਾਂ ਤੁਸੀਂ ਆਪਸ ਵਿੱਚ ਹੀ ਰਿਲੇਸ਼ਨ ਬਣਾਏ ਸੀ? ਸਰ ਉਦਾਂ ਹੀ ਫੋਨ ਤੇ ਗੱਲਬਾਤ ਹੁੰਦੀ ਸੀ ਬਸ। ਸ਼ਾਦੀ ਤੋਂ ਪਹਿਲਾਂ ਆਪਸ ਵਿੱਚ ਮਿਲੇ ਸੀ? ਸ਼ਾਦੀ ਤੋਂ ਪਹਿਲਾਂ ਤੁਸੀਂ ਫਿਜ਼ੀਕਲੀ ਮਿਲੇ ਸੀ? ਨਹੀਂ ਸਰ। ਉਦਾਂ ਮਿਲੇ ਸੀ, ਜਸਟ ਹੈਲੋ ਸ਼ੈਲੋ ਕੀਤੀ ਸੀ? ਹਾਂਜੀ ਸਰ। ਖਾਣੇ ਤੇ ਗਏ ਸੀ ਜਾਂ ਮਿਲੇ ਸੀ, ਇੱਕ ਦੂਜੇ ਦੇਖਿਆ ਸੀ ਪਰਸਨਲੀ? ਹਾਂਜੀ ਸਰ, ਮਿਲੇ ਸੀ ਉਦੋਂ। ਤੁਸੀਂ ਪਰਸਨਲੀ ਟੱਚ ਕੀਤਾ ਸੀ, ਇੱਕ ਦੂਜੇ ਨੂੰ ਪਰਸਨਲੀ ਹੱਗ ਕੀਤਾ ਸੀ? ਹਾਂਜੀ ਸਰ। ਹਾਂਜੀ। ਜਸਟ ਓਨਲੀ ਹੱਗ? ਹਾਂਜੀ ਸਰ। ਬਟ ਨਾਟ ਬਗ? ਨਹੀਂ ਸਰ। ਓਕੇ ਫਾਈਨ। ਸੋ ਤੁਹਾਡੀ ਸ਼ਾਦੀ ਜਿਹੜੀ ਆ ਜਦੋਂ ਹੁੰਦੀ ਹੈ ਤੇ ਕਿੰਨਾ ਸਮਾਂ ਨਾਲ ਰਹੀ ਤੁਹਾਡੀ ਲੜਕੀ? ਸਰ ਇੱਥੇ ਨੀਅਰ ਅਬਾਊਟ 3 ਇਅਰ ਤੇ ਨਾਲ ਰਹੀ ਮੇਰੇ। 1-2 ਮਹੀਨੇ ਘੱਟ ਰਹੀ। ਹਾਂਜੀ। ਇਹਨੇ ਫਿਰ ਆਇਲਟ ਕਰ ਲਈ? ਤੁਸੀਂ ਆਇਲਟ ਕਰਾਈ ਜਾਂ ਕਿ ਪਹਿਲਾਂ ਕੀਤੀ ਹੋਈ ਸੀ? ਹਾਂਜੀ ਆਇਲਟ ਪਹਿਲੇ, ਨਹੀਂ ਬਾਅਦ ਚ ਕਰਾਈ ਹੈਗੀ। ਤੁਹਾਡੀ ਏਜ ਤੇ ਇਹਦੀ ਏਜ ਦੇ ਵਿੱਚ ਕੀ ਫਰਕ ਕਿੰਨਾ? ਬਾਅਦ ਚ ਕਰਵਾਈ ਹੈਗੀ ਸੀ। ਇਹਦੀ ਏਜ ਕਿੰਨੀ ਆ? ਸਰ ਇਹਦੀ 2 ਸਾਲ ਮੇਰੇ ਤੋਂ ਛੋਟੀ ਗਈ, ਹੁਣ 20 ਦੀ ਗਈ। ਇਹ ਕਿੰਨੇ ਦੀ ਹੁਣ? 28 ਦੀ ਆ? ਹਾਂਜੀ। ਇਹਦੀ ਏਜ ਕਿੰਨੀ ਹੁਣ ਇਸ ਵੇਲੇ? 27। ਤੇ ਤੁਹਾਡੀ? 29। ਤੁਹਾਡੇ ਮਾਮਲੇਟ ਦਾ ਨਾਮ ਕੀ ਹੈ? ਆਸ਼ੀਸ਼? ਸੌਰੀ ਸਰ, ਕੀ ਕਿਹਾ? ਵਾਟ ਇਜ਼ ਯਰ ਫਾਦਰ ਨੇਮ? ਰਜਿੰਦਰ ਕੁਮਾਰ। ਰਜਿੰਦਰ ਕੁਮਾਰ। ਹਾਂਜੀ। ਤੁਹਾਡੀ ਮੰਮੀ ਜੀ ਦਾ ਨਾਮ ਕੀ ਹੈ? ਮਾਤਾ ਜੀ ਦਾ? ਮਾਤਾ ਜੀ ਦਾ ਨਾਮ ਸਵੀਟੀ ਖੋਸਲਾ।
ਸਵੀਟੀ ਖੋਸਲਾ। ਹਾਂਜੀ ਕਿੰਨੇ ਭੈਣ ਭਰਾ ਹੋ ਆਪ ਜੀ? ਸਰ ਮੇਰੀ ਸਿਸਟਰ ਹੈਗੀ ਆ ਬਸ। ਆਪ ਜੀ sister। ਆਪ ਜੀ ਦੇ ਪਿਆਰੇ ਭੈਣ ਛੋਟੇ ਨੇ ਤੁਹਾਡੇ ਤੋਂ ਜਾਂ ਵੱਡੇ ਨੇ? ਹਾਂਜੀ ਛੋਟੀ ਹੈ। ਸ਼ਾਦੀशुदा ਨੇ? ਹਾਂਜੀ ਮੈਰਿਡ ਹੈਗੀ ਹੈ ਸਰ। ਅੱਛਾ, ਸੋ ਤੁਹਾਡੀ ਵਾਈਫ ਜਿਹੜੀ ਇਹ ਕਿੱਥੋਂ ਆ? ਰਵੀਨਾ ਕਿਹੜੇ ਸ਼ਹਿਰ ਤੋਂ ਆ? ਸਰ ਇੱਥੇ ਤੇ ਅੰਮ੍ਰਿਤਸਰ ਹੀ ਰਹਿੰਦੀ ਸੀ, ਬਾਕੀ ਉੱਥੇ ਹੁਣ ਕੈਨੇਡਾ ਵਿੱਚ ਨਹੀਂ ਮੇਰੇ ਕਹਿਣ ਦਾ ਭਾਵ ਹੈ ਕਿ ਇਹਦਾ ਜਿਹੜਾ ਬੈਕ ਹੋਮ ਹੈ, ਬੈਕਗ੍ਰਾਉਂਡ ਆ, ਇਹ ਕਿੱਥੋਂ ਦੀ ਬੋਰਨ ਹੈ? ਰਵੀਨਾ ਅੰਮ੍ਰਿਤਸਰ ਦੀ ਆ? ਅੰਮ੍ਰਿਤਸਰ ਦੀ, ਹਾਂਜੀ ਅੰਮ੍ਰਿਤਸਰ ਦੀ ਸਰ। ਓਕੇ, ਸੋ ਇਹਦਾ ਮਾਤਾ ਪਿਤਾ ਦਾ ਨਾਂ ਕੀ ਹੈ? ਮਾਤਾ ਦਾ ਨਾਮ ਮੀਨੂ ਹੈ, ਫਾਦਰ ਦਾ ਨੇਮ ਹੈ ਅਸ਼ਵਨੀ ਕੁਮਾਰ। ਇਹ ਕੀ ਕੰਮ ਕਰਦੇ ਨੇ? ਬੋਰਿੰਗ ਦਾ ਕੰਮ ਕਰਦੇ ਆ, ਜਿਹੜੇ ਸਬਮਰਸੀਬਲ ਬੋਰ ਹੈ ਨਾ, ਓਕੇ, ਉਹ ਕੰਮ ਕਰਦੇ ਹੈਗੇ ਤੇ ਪਾਪਾ। ਤੁਹਾਡੀ ਕਾਸਟ ਕੀ ਹੈ? ਸਰ ਮੇਰੀ ਕਾਸਟ ਖੋਸਲਾ, ਆਸ਼ੀਸ਼ ਖੋਸਲਾ। ਨਹੀਂ ਖੋਸਲਾ ਤੁਹਾਡਾ ਗੋਤ ਹੈ ਨਾ, ਮੈਂ ਤੁਹਾਡੀ ਕਿਹੜੀ ਹਾਂਜੀ। ਲਾਈਕ ਤੁਹਾਡਾ ਜੱਦੀ ਤੁਹਾਡਾ ਕਿੱਤਾ ਕੀ ਹੈ? ਤੁਸੀਂ ਪੰਡਤ ਹੋ? ਨਹੀਂ ਸਰ ਸ਼ਹਿਰ ਤੋਂ ਹੋਗਾ ਮੈਂ। No, I understand, but ਤੁਹਾਡਾ ਜੱਦੀ ਪੁਸ਼ਤੀ ਤੁਹਾਡੇ ਬਾਬੇ ਦਾਦੇ ਕੀ ਕੰਮ ਕਰਦੇ ਸੀ? ਪਾਪਾ ਦੇ ਕੋਸਮੈਟਿਕ ਦਾ ਕੰਮ ਕਰਦੇ। ਹਾਂ ਸਪਲਾਈ, ਹਾਂ ਕੋਸਮੈਟਿਕ ਸਪਲਾਈ ਕਰਦੇ ਜੀ। ਓਕੇ, ਤੇ ਤੁਹਾਡੇ ਕਾਸਟ ਜਿਹੜੀ ਤੁਸੀਂ ਅਰੋੜਾ ਜਾਤ ਹੋ? ਨਹੀਂ ਸਰ ਖੱਤਰੀ ਹੈ ਸਰ। ਖੱਤਰੀ ਹੈ, ਠੀਕ ਹੈ। ਤੇ ਤੁਹਾਡੇ ਇਹ ਰਵੀਨਾ ਜੀ? ਹੈ ਅਰੋੜਾ ਗਏ। ਆਈ ਸੀ। ਇਹਦੇ ਕਿੰਨੇ ਭੈਣ ਭਰਾ ਨੇ ਰਵੀਨਾ ਦੇ? ਸਰ ਇਹਨਾਂ ਦੇ 3 ਭੈਣ ਭਰਾ ਗਏ ਹੋਰ। ਛੋਟੇ ਨੇ ਵੱਡੇ ਨੇ? 4 ਹੋ ਗਏ, ਸਾਰੇ ਛੋਟੇ ਗਏ। ਹੁਣ 4 ਹੋ ਗਏ ਨੇ? ਨਹੀਂ ਟੋਟਲ 4 ਗਏ। ਓਕੇ, ਸੋ ਇਹ ਇਕੱਲੀ ਮੈਰਿਡ ਆ? ਨਹੀਂ ਇਹਦੇ ਬ੍ਰਦਰ ਵੀ ਮੈਰਿਡ ਹੈ, ਸਿਸਟਰ ਵੀ ਮੈਰਿਡ ਹੈਗੀ ਹੈ, ਤੇ ਇੱਕ ਛੋਟਾ ਬ੍ਰਦਰ ਹੈਗਾ ਵਾ, ਉਹ ਜੇ ਸਟੱਡੀ ਕਰਦਾ ਵਾ। ਓਕੇ ਫਾਈਨ। ਸੋ ਤੁਹਾਡੀ 2016 ਵਿੱਚ ਸ਼ਾਦੀ ਹੁੰਦੀ ਹੈ, 2019 ਵਿੱਚ ਤੁਸੀਂ ਇਹਨੂੰ ਕੈਨੇਡਾ ਭੇਜਦੇ ਹੋ? ਹਾਂਜੀ ਸਾਰਾ ਫੀਸ ਤੁਸੀਂ ਲਾਉਂਦੇ ਹੋ ਕਿਉਂਕਿ ਤੁਸੀਂ ਉਹਦੇ ਹਸਬੰਡ ਬਣ ਗਏ ਹੋ, ਖਰਚਾ ਤੁਸੀਂ ਕੀਤਾ ਸਟੱਡੀ ਤੇ, ਫੀਸਾਂ ਤੇ, ਕੈਨੇਡਾ ਭੇਜਣ ਵਿੱਚ। ਤੁਸੀਂ 에ਅਰਪੋਰਟ ਤੇ ਛੱਡ ਕੇ ਆਏ ਹੋ? ਕਿਹੜੇ 에ਅਰਪੋਰਟ ਡ੍ਰੌਪ ਕੀਤਾ ਨੂੰ? ਅੰਮ੍ਰਿਤਸਰ 에ਅਰਪੋਰਟ ਤੇ? ਨਹੀਂ ਸਰ ਮੈਂ ਦਿੱਲੀ ਤੱਕ ਛੱਡ ਕੇ ਆਇਆ ਸੀ। ਤੁਸੀਂ 3 ਸਾਲ ਇਕੱਠੇ ਰਹੇ, ਬੱਚਾ ਵੀ ਹੋਇਆ ਕੋਈ ਤੁਹਾਡੇ ਫਿਰ? ਨਹੀਂ ਸਰ ਬੇਬੀ ਦਾ ਜੇ ਪਲਾਨ ਨਹੀਂ ਕੀਤਾ ਸੀ। ਇਹ ਕਿਹਾ ਕਿ ਫਿਊਚਰ ਆਪਾਂ ਮਤਲਬ ਬਾਹਰ ਦਾ ਹੀ ਦੇਖਣਾ ਹੈਗਾ, ਇਸ ਕਰਕੇ ਕੋਈ ਬੇਬੀ ਨਹੀਂ ਪਲਾਨ ਕੀਤਾ। ਸਡਨ ਕਈ ਵਾਰ ਬੱਚਾ ਹੋ ਜਾਂਦਾ? ਦੋਨਾਂ ਦੀ ਅੰਡਰਸਟੈਂਡਿੰਗ ਦੇ ਨਾਲ ਹੀ ਮਤਲਬ ਕਿ ਡਿਸੀਜਨ ਲਿੱਤਾ ਹੈਗਾ ਸੀ। ਮੈਂ ਤੁਸੀਂ ਕੰਟਰੋਲ ਕੀਤਾ ਆਪਣੇ ਆਪ ਨੂੰ ਬੱਚਾ ਨਾ ਹੋਵੇ? ਹਾਂਜੀ ਹਾਂਜੀ ਸਰ। ਬਸ ਯੂ ਬੋਥ ਹੈਪੀ, ਸੈਟੀਸਫਾਈਡ ਸੀ ਦੋਨੇ ਇੱਕ ਦੂਜੇ ਤੋਂ? ਹਾਂਜੀ ਸਰ। ਯੂ ਗਾਟ ਮਾਈ ਪੁਆਇੰਟ ਵਾਟ ਆਮ ਆਈ ਆਸਕਿੰਗ? ਯੈਸ ਸਰ ਯੈਸ। ਓਕੇ, ਸੋ 2019 ਵਿੱਚ ਆ ਜਾਂਦੀ ਹੈ ਤੇ ਫਿਰ ਆਣ ਕੇ ਕਿੰਨੇ ਮਹੀਨੇ ਤੁਹਾਡੇ ਨਾਲ ਤੁਹਾਡੇ ਟੱਚ ਵਿੱਚ ਰਹਿੰਦੀ ਹੈ? ਸਰ 19 ਵਿੱਚ ਤੇ ਕੈਨੇਡਾ ਭੇਜ ਦਿੱਤਾ ਨਾ। ਮੈਨੂੰ ਪਤਾ 19 ਵਿੱਚ ਕੈਨੇਡਾ ਆ ਜਾਂਦੀ ਹੈ, ਪਰ ਕੈਨੇਡਾ ਆਣ ਕੇ ਕਿੰਨੇ ਮਹੀਨੇ ਤੁਹਾਡੇ ਸੰਪਰਕ ਚ ਰਹਿੰਦੀ ਹੈ? 6 ਮੰਥ ਹੀ ਰਹੀ ਹੈ, ਬਾਅਦ ਚ ਹੌਲੀ ਹੌਲੀ ਨਾ ਇਗਨੋਰ ਕਰਦੀ ਰਹੀ। ਜਿਸ ਤਰ੍ਹਾਂ ਜਿਵੇਂ 4 ਫੋਨ ਕਰਨੇ ਤੇ ਵਿੱਚੋਂ 1 ਫੋਨ ਚੁੱਕਣਾ, ਹੌਲੀ ਹੌਲੀ ਉਹ ਵੀ ਘਟਾ ਦਿੱਤਾ, ਬਹੁਤ ਮਤਲਬ ਇਗਨੋਰ ਕੀਤਾ ਹੈਗਾ। ਮੈਂ ਤੁਹਾਡਾ ਪਿਆਰ ਜਿਹੜਾ ਉਹ ਜਿਹੜਾ ਗੂੜਾ ਪਿਆਰ ਸੀ ਟੁੱਟਣਾ ਸ਼ੁਰੂ ਹੋ ਗਿਆ, ਫਿੱਕਾ ਪੈਣਾ ਸ਼ੁਰੂ ਹੋ ਗਿਆ? ਹਾਂਜੀ ਹਾਂਜੀ। ਅੱਛਾ, ਤੁਹਾਡੇ ਨਾਲ ਫੋਨ ਤੇ ਗੱਲਾਂ ਇਹਨੇ ਘੱਟ ਕਰਨੀ ਸ਼ੁਰੂ ਕਰ ਦਿੱਤੀਆਂ, ਤੁਹਾਨੂੰ ਕੋਈ ਸ਼ੱਕ ਪੈ ਗਈ ਫਿਰ? ਤੁਹਾਨੂੰ ਸ਼ੱਕ ਪੈ ਗਈ ਸੀ ਫਿਰ? ਨਹੀਂ ਸਰ ਸ਼ੱਕ ਤੇ ਨਹੀਂ, ਜੇ ਸ਼ੱਕ ਦੀ ਗੱਲ ਹੁੰਦੀ ਕੋਈ ਤੇ ਮੈਂ ਉੱਥੇ ਭੇਜਣਾ ਹੀ ਨਹੀਂਗਾ ਸੀ ਕੈਨੇਡਾ। ਓਕੇ, 6 ਮਹੀਨੇ ਬਾਅਦ ਇਹਨੇ ਤੁਹਾਨੂੰ ਬਲੌਕ ਕਰ ਦਿੱਤਾ? ਬਲੌਕ ਵੀ ਵਿੱਚ ਕੀਤਾ ਹੈਗਾ ਸੀ, ਅਨਬਲੌਕ ਕਰ ਦਿੰਦੀ ਸੀ ਉਦੋਂ ਤੇ ਚਲੋ ਮਜ਼ਾਕ ਵਿੱਚ ਚਲੋ ਲੱਗਦਾ ਹੈਗਾ ਸੀ ਮੈਨੂੰ, ਤੇ ਫਿਰ ਹੌਲੀ ਹੌਲੀ ਮੈਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਜ਼ਿਆਦਾ। ਆਸ ਵਿੱਚ ਤੁਸੀਂ ਲੜੇ ਵੀ ਕਦੇ? ਲੜਾਈ ਸਰ ਇਹੀ ਮੈਂ ਉਹਦੇ ਕੋਲ ਪੁੱਛਦਾ ਕਿ ਮੈਨੂੰ ਟਾਈਮ ਦੇ ਦਿਆ ਕਰ, ਬਸ ਇਹੀ ਹਰ ਵਾਰੀ ਮੈਂ ਇਹੀ ਚੀਜ਼ ਕਹਿੰਦਾ ਸੀ ਕਿ ਮੇਰਾ ਫੋਨ ਤੇ ਚੁੱਕ ਲਿਆ ਕਰ, ਗੱਲਬਾਤ ਤੇ ਕਰ ਲਿਆ ਕਰ। ਹੁਣ ਇਹਨੂੰ ਆਈ ਨੂੰ ਕਿੰਨੇ ਸਾਲ ਹੋ ਗਏ? ਉਸ ਤੋਂ ਬਾਅਦ 20 ਵਿੱਚ ਕੋਵਿਡ ਸ਼ੁਰੂ ਹੋ ਗਿਆ। ਸਰ 3 ਹੋ ਗਏ। ਹਾਂਜੀ 3 ਸਾਲ ਹੋਏ ਨੇ ਅਗਸਤ ਵਿੱਚ। ਤੁਹਾਨੂੰ ਸਪਾਂਸਰ ਕੀਤਾ ਜਾ ਕੇ ਕੈਨੇਡਾ ਚ? ਹਾਂਜੀ ਸਪਾਂਸਰ ਕੀਤਾ ਸੀ ਐਜ਼ ਅ ਸਪੋਜ਼ ਤੌਰ ਤੇ? ਸਰ ਇੱਕ ਵਾਰੀ ਆਪਣਾ ਅਪਲਾਈ ਕਰਨਾ ਹੈਗਾ ਸੀ ਅਜੇ, ਤੇ
ਮਤਲਬ ਡਾਕੂਮੈਂਟ ਭੇਜੇ ਗਏ ਸੀ ਤੇ ਉਸ ਤੋਂ ਬਾਅਦ ਲੋਕਡਾਊਨ ਹੋ ਗਿਆ ਹੈਗਾ ਸੀ। ਜਿਵੇਂ ਮਾਰਚ ਦੇ ਮੰਥ ਮੈਨੂੰ ਪੇਪਰ ਭੇਜੇ ਉਹਨੇ, 21 ਮਾਰਚ ਤੇ 2020 ਚ ਹੋ ਗਿਆ, ਲੋਕਡਾਊਨ ਹੋ ਗਿਆ। ਉਸ ਤੋਂ ਬਾਅਦ ਅਪਲਾਈ ਨਹੀਂ ਕਰ ਪਾਇਆ ਹੈ। ਉਸ ਤੋਂ ਬਾਅਦ ਫਿਰ ਇੰਟਰਨੈਟ ਕਨੈਕਸ਼ਨ ਆਪਣਾ ਤੋੜ ਲਿਆ, ਮਤਲਬ ਬੰਦ ਕਰਤਾ। ਤੁਹਾਨੂੰ ਬਲੌਕ ਕੀਤਾ ਹੋਇਆ ਜਾਂ ਅਨਬਲੌਕ ਫੋਨ ਹੈ ਇਹਦਾ? ਸਰ ਹੁਣ ਤੇ ਪਤਾ ਨਹੀਂ ਅਨਬਲੌਕ ਕੀਤਾ ਕਿ ਬਲੌਕ ਕੀਤਾ, ਵੀ ਲਾਸਟ ਮੈਸੇਜ ਨਹੀਂ ਕੋਈ ਕੀਤਾ ਹੈਗਾ। ਕਿੰਨਾ ਸਮਾਂ ਹੋ ਗਿਆ ਤੁਹਾਡੀ ਗੱਲ ਹੋਈ ਨੂੰ? ਸਰ ਜਦੋਂ ਇਹਦੇ ਪੀਸੀਸੀ ਵਾਸਤੇ ਆਈ ਸੀ ਨਾ ਇਨਕੁਆਇਰੀ ਇੱਥੇ ਘਰ, ਤੇ ਮੈਂ ਉਹਦੀ ਕਲੀਅਰ ਕਰਵਾਤੀ ਸੀ। ਉਸ ਤੋਂ ਬਾਅਦ ਮੈਨੂੰ ਦੱਸਿਆ ਵਾ ਕਿ ਜਿਹੜੀ ਪੀਸੀਸੀ ਆਈ ਹੈ ਮੈਂ ਤੇਰੀ ਕਲੀਅਰ ਕਰਵਾਤੀ ਹੈ। ਫਿਰ ਕੁਝ ਟਾਈਮ ਬਾਅਦ ਹੀ ਉਹਨੇ ਮੈਨੂੰ ਡਿਵੋਰਸ ਦੇ ਨੋਟਿਸ ਭੇਜ ਦਿੱਤਾ ਘਰ। ਤੁਸੀਂ ਆਪਣੀ ਪੈਰ ਕਹਾੜੀ ਕਿਉਂ ਮਾਰੀ? ਪੀਸੀਸੀ ਕਿਉਂ ਕਲੀਅਰ ਕਰਾਈ ਹੈ ਜਦ ਕਿ ਤੁਹਾਨੂੰ ਪਤਾ ਤੁਹਾਡੇ ਨਾਲ? ਮੈਂ ਤੇ ਸਰ ਦਿਲੋਂ ਉਹਦੇ ਨਾਲ ਕਰਦਾ ਰਿਹਾ ਨਾ। ਮੈਂ ਇਹੀ ਕਿਹਾ ਕਿ ਮੈਂ ਕਿਹਾ ਚਲੋ ਹੋ ਜਾਏਗਾ, ਠੀਕ ਹੋ ਜਾਏਗਾ ਸਾਰਾ ਕੁਝ। ਹੁਣ ਤੁਹਾਡੀ ਵਾਈਫ ਨੂੰ ਇਮੀਗ੍ਰੇਸ਼ਨ ਮਿਲ ਗਈ ਆ? ਸਰ ਇਹ ਨਹੀਂ ਪਤਾਗਾ ਮੈਨੂੰ। ਕਿੰਨਾ ਸਮਾਂ ਹੋ ਗਿਆ ਪੀਸੀਸੀ ਨੂੰ? ਸਰ ਪੀਸੀਸੀ ਮੈਂ ਮਾਰਚ ਵਿੱਚ ਕਲੀਅਰ ਕਰਵਾਤੀ ਸੀ। ਇਸ ਮਾਰਚ ਵਿੱਚ? ਹਾਂਜੀ। ਓਕੇ, ਐਨੀਵੇ ਯੂ ਕੈਨ ਸਟਾਪ ਰਾਈਟ ਵੇ। ਤੁਸੀਂ ਇਹਨਾਂ ਤੇ ਰਾਈਟ ਵੇ ਐਕਸ਼ਨ ਲਾਓ। ਸਵੇਰੇ ਇੱਕ ਆਪਣੇ ਕਮਿਸ਼ਨਰ ਕੋਲ ਜਾ ਕੇ ਇਹਨਾਂ ਸ਼ਿਕਾਇਤ ਕਰ ਦਿਓ। 420 ਦਾ ਕੇਸ ਜਿਹੜਾ ਦਰਜ ਕਰ ਦਿਓ। ਸਰ ਮੈਂ ਨਾ ਆਲਰੇਡੀ ਐਨਆਰਆਈ ਸਾਨੇ ਨਾ ਕੰਪਲੇਂਟ ਕੀਤੀ ਹੋਈ ਹੈ। ਤੁਸੀਂ ਐਨਆਰਆਈ ਕਿਉਂ ਗਏ ਹੋ? ਸਰ ਉੱਥੇ ਦੱਸਿਆ ਗਿਆ ਸੀ ਇਹਨਾਂ ਨੇ, ਕਈਆਂ ਨੇ, ਜਿਸ ਤਰ੍ਹਾਂ ਰਿਲੇਟਿਵਸ ਨੇ ਮੈਨੂੰ ਰੈਫਰ ਕੀਤਾ ਗਿਆ ਕਿ ਉੱਥੇ ਐਨਆਰਆਈ ਕੰਪਲੇਂਟ ਕਰਨੀ ਚਾਹੀਦੀ ਸੀ। ਐਨੀਵੇ ਸੋ ਕਿਉਂਕਿ ਤੁਹਾਡੀ ਜਿਹੜੀ ਵਾਈਫ ਹੈ, ਤੁਸੀਂ ਰੈਗੂਲਰ ਥਾਣੇ 'ਚ ਵੀ ਕਰ ਸਕਦੇ ਹੋ। ਤੁਸੀਂ ਹੁਣ ਜਿਹੜੀ ਐਨਆਰਆਈ 'ਚ ਕੰਪਲੇਂਟ ਕੀਤੀ ਹੈ ਤਾਂ ਤੁਸੀਂ ਕਿਸੇ ਤੇ ਕਿਹੜੀ ਧਾਰਾ ਲੱਗੀ ਆ? ਕਿਹਦੇ ਨਾਲ ਲਿਖਾਇਆ? ਨੋਰਮਲ ਇਹਦੇ ਪਾਪਾ ਦਾ ਲਿਖਾਇਆ ਹੈਗਾ ਵਾ। ਬਾਕੀ ਇਹਦੇ ਹਾਂਜੀ। ਹੂ ਐਲਸ? ਸਰ ਇਹਦੇ ਪਾਪਾ ਦਾ ਲਿਖਾਇਆ ਤੇ ਇਹਦਾ ਲਿਖਾਇਆ। ਬਾਕੀ ਇਹਦੀ ਸਿਸਟਰ ਵੱਲੋਂ ਕਿਹਾ ਹੈਗਾ ਵਾ ਕਿ ਗਾਈਡੈਂਸ ਨਹੀਂ ਸਹੀ ਤਰ੍ਹਾਂ ਕੀਤਾ ਹੈਗਾ। ਇਹਦੀ ਮਦਰ? ਕਿਉਂਕਿ ਉਹਨਾਂ ਨੇ ਮਦਰ ਦੀ ਸਰ ਡੈਥ ਹੋ ਗਈ ਸੀ। ਮੰਮੀ ਹੁੰਦੇ ਤੇ ਫਿਰ ਕੋਈ ਏਦਾਂ ਦਾ ਕੋਈ ਚੱਕਰ ਨਹੀਂ ਹੋਣਾ ਸੀ। ਤੁਹਾਡੇ ਵਿਆਹ ਤੋਂ ਬਾਅਦ ਡੈਥ ਹੋਈ ਉਹਨਾਂ ਦੀ? ਹਾਂਜੀ ਸਰ। ਉਹ ਪਿਆਰ ਕਰਦੀ ਸੀ ਤੁਹਾਨੂੰ? ਇਹਦੀ ਮਦਰ ਪਿਆਰ ਕਰਦੀ ਸੀ ਤੁਹਾਨੂੰ? ਸਰ ਮੇਰੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰਦੇ ਹੈਗੇ ਸੀ, ਮੈਂ ਵੀ ਉਹਨਾਂ ਨਾਲ ਕਰਦਾ ਸੀ ਸ਼ੇਅਰ ਗੱਲਾਂ। ਓਕੇ, ਸੋ ਤੁਹਾਡੇ ਨਾਲ ਜਦੋਂ 2 ਸਾਲ ਰਹੀ ਹੈ ਉਦੋਂ ਵੀ ਕੋਈ ਤੂੰ ਮੈਂ ਕਰਦੀ ਸੀ? ਕਦੇ ਲੜਾਈ ਹੁੰਦੀ ਸੀ? ਨਹੀਂ ਸਰ, ਕੋਈ ਏਦਾਂ ਦਾ। ਰਬੀਨਾ ਜੀ ਨਾਲ ਸਾਡੀ ਲਾਈਨ ਜਿਹੜੀ ਜੁੜ ਚੁੱਕੀ ਹੈ। ਬਸ ਰਬੀਨਾ ਜੀ ਤੁਸੀਂ ਦੱਸ ਚੁੱਕੇ ਸੀ ਬ੍ਰਾਡਕਾਸਟਿੰਗ ਤੋਂ ਇਸ ਵੇਲੇ। ਹੈਲੋ, ਹਾਂਜੀ, ਅਸੀਂ ਤੁਹਾਡੀ ਵਾਈਫ ਨੂੰ ਲਾਈਨ ਤੇ ਲਿਆ ਚੁੱਕੇ ਹਾਂ। ਤੁਹਾਡੀ ਵਾਈਫ ਬੋਲਦੀ ਨਹੀਂ। ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਤੇ ਪੁਲਿਸ ਕੀ ਕਹਿੰਦੀ ਹੈ ਹੁਣ? ਪੁਲਿਸ ਵਾਲਿਆਂ ਨੇ ਕੋਈ ਰਿਸਪੌਂਸ ਨਹੀਂ ਦਿੱਤਾਗਾ। ਨਹੀਂ, ਤੁਸੀਂ ਪੁਲਿਸ ਦੱਸਿਆ ਕਿ ਮੇਰੇ ਨਾਲ ਹੇਰਾਫੇਰੀ ਹੋਈ ਹੈ? ਕਿੰਨੇ ਲੱਖ ਦੀ ਹੋਈ ਹੈ? ਕਿੰਨੇ ਲੱਖ ਰੁਪਏ ਲੱਗਾ ਤੁਹਾਡਾ? ਸਰ ਨੀਅਰ ਅਬਾਊਟ 12 ਲੱਖ ਦੇ ਕਰੀਬ ਆ। 12 ਲੱਖ ਰੁਪਏ ਦੇ ਵਿੱਚ ਤੁਸੀਂ ਫੀਸਾਂ ਤਾਰੀਆਂ, ਬਾਕੀ ਦੀ ਪੇਮੈਂਟ ਕਿਹਨ ਕੀਤੀ ਆ? ਸਰ ਬਾਕੀ ਰਿਸ਼ਤੇਦਾਰਾਂ ਕੋਈ ਵਿੱਚ ਫੜੇ ਗਏ ਪੈਸੇ, ਬੜੇ ਪਾਪਾ ਕੋ ਫੜੇ ਆ, ਹੋਰ ਭੂਆ ਜੀ ਕੋ ਫੜੇ ਆ। ਨਹੀਂ, ਮੇਰਾ ਸਵਾਲ ਇਹ ਆ ਖੋਸਾ ਸਾਹਿਬ, ਤੁਸੀਂ ਫੜੇ ਪੈਸੇ ਕਿੱਥੋਂ ਫੜੇ, ਕਿੱਥੋਂ ਨਹੀਂ ਫੜੇ, ਡਿਫਰੈਂਟ ਸਟੋਰੀ ਹੈ। ਪਰ ਟੋਟਲ ਤੁਸੀਂ ਕਿੰਨਾ ਪੈਸਾ ਲੱਗਾ ਤੁਹਾਡਾ ਇਹਨੂੰ ਭੇਜਣ ਲਈ? ਤੁਸੀਂ ਪੈਸੇ ਕਿੱਥੋਂ ਫੜੇ ਆ, ਕਿੱਥੋਂ ਨਹੀਂ ਫੜੇ, ਟੋਟਲ ਕਿੰਨੇ ਲੱਗੇ ਆ? ਸਰ 12 ਲੱਖ ਦੇ ਕਰੀਬ ਲੱਗਾ। ਇਸ ਤੋਂ ਉੱਪਰ ਕੋਈ ਪੈਸਾ ਨਹੀਂ ਲੱਗਾ? ਹਾਂਜੀ ਸਰ। ਤੁਸੀਂ ਕਹਿੰਦੇ ਕੁਝ ਪੈਸੇ ਹੋਰ ਫੜੇ ਕਿਸ ਤੋਂ, ਐਡੀਸ਼ਨਲ ਅਮਾਉਂਟ? ਤੁਸੀਂ ਕਹਿ ਰਹੇ ਕੁਝ ਪੈਸੇ ਸੀ ਦੋਸਤਾਂ ਤੋਂ, ਕੁਝ ਰਿਸ਼ਤੇਦਾਰਾਂ ਤੋਂ ਫੜ ਕੇ ਇਹਨੂੰ ਤਾਰੇ ਆ? ਨਹੀਂ ਸਾਰੇ ਸਰ, ਸਾਰੇ ਇਹੋ ਟੋਟਲ ਅਮਾਉਂਟ 12 ਲੱਖ ਦੇ ਵਿੱਚ ਤੁਸੀਂ ਇਹਨੂੰ ਭੇਜਿਆ ਆਇਲਟ ਕਰਾ ਕੇ। ਤੁਸੀਂ 12 ਲੱਖ ਦਾ ਕਲੇਮ ਕੀਤਾ ਹੁਣ ਪੁਲਿਸ ਨੂੰ? ਹਾਂਜੀ ਸਰ। ਤੇ ਪੁਲਿਸ ਨੇ ਫਿਰ ਕੇਸ ਦਰਜ ਨਹੀਂ ਕੀਤਾ ਹਾਲੇ ਤੇ? ਉਹ ਪੌਜ਼ ਹੋ ਜਾਣੀ, ਰੁਕ ਜਾਣੀ ਆ? ਠੀਕ ਹੈ ਸਰ। ਸੋ ਤੁਸੀਂ ਇਹਨੂੰ ਪਤਾ ਹੈ ਕਿ ਮੇਰੀ ਕੰਪਲੇਂਟ ਹੋ ਚੁੱਕੀ ਹੈ ਪੁਲਿਸ ਸਟੇਸ਼ਨ? ਹਾਂਜੀ ਸਰ, ਪਤਾ ਹੈਗਾ, ਇਨਫੋਰਮ ਕਰ ਦਿੱਤਾ ਸੀ ਇਹਨੇ ਪਾਪਾ ਨੇ ਤੇ ਕਰਤਾ। ਇਹਦੇ ਨਾਲ ਤੁਹਾਡੀ ਗੱਲਬਾਤ ਕਦੋਂ ਹੁੰਦੀ ਹੈ? ਸਰ ਹੁਣ ਨਹੀਂ ਮੇਰੀ ਕਦੀ ਗੱਲ ਹੋਏਗੀ, ਪਹਿਲੇ ਗੱਲ। ਰਬੀਨਾ ਜੀ ਦੀ ਲਾਈਨ ਹੈ ਜਿਹੜੀ ਕੱਟੀ ਗਈ ਸੀ ਤੇ ਹੁਣ ਰਬੀਨਾ ਜੀ ਦੁਬਾਰੇ ਫੋਨ ਤੋਂ ਦੂਰ ਹੋ ਗਏ ਨੇ, ਮੈਨੂੰ ਲੱਗਦਾ ਚੱਕ ਨਹੀਂ ਰਹੇ। ਤੇ ਰਬੀਨਾ ਦੇ ਫਾਦਰ ਸਾਹਿਬ ਅਸ਼ਵਨੀ ਲਾਈਨ ਤੇ ਨੇ। ਅਸ਼ਵਨੀ ਜੀ, ਅਸੀਂ ਬਾਸੀ ਬ੍ਰਾਡਕਾਸਟਿੰਗ ਡਿਪਾਰਟਮੈਂਟ ਤੋਂ ਬੋਲ ਰਹੇ ਹਾਂ, ਟੋਰਾਂਟੋ ਤੋਂ ਹੈਡਕੁਆਟਰ ਤੋਂ। ਔਰ ਤੁਹਾਡੀ ਲੜਕੀ ਦਾ ਨਾਮ ਤੁਸੀਂ ਰਵੀਨਾ ਦੀ ਸ਼ਾਦੀ ਆਸ਼ੀਸ਼ ਖੋਸਲਾ ਨਾਲ 29 ਨਵੰਬਰ 2016 ਤੁਸੀਂ ਕਰ ਚੁੱਕੇ ਹੋ। ਹਾਂਜੀ ਸਰ। ਅਸੀਂ ਇੱਕ ਸਟੋਰੀ ਨੂੰ ਕਵਰ ਕਰ ਰਹੇ ਹਾਂ।
ਸੋ ਇਹ ਮੈਟਰ ਅਸੀਂ ਕੈਨੇਡਾ ਪੁਲਿਸ ਅਤੇ ਕੈਨੇਡਾ ਜੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਹੈਂਡਓਵਰ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਫਰਾਡ ਇਨਵੋਲਵ ਹੈ ਔਰ ਲੜਕਾ ਕਹਿ ਰਿਹਾ ਕਿ 12 ਲੱਖ ਰੁਪਏ ਦੇ ਆਸ-ਪਾਸ ਮੈਂ ਖਰਚ ਕੀਤੇ ਆ ਤੇ ਲੜਕੀ ਕੈਨੇਡਾ ਆਣ ਕੇ ਮੁੱਕਰ ਗਈ ਹੈ ਤੇ ਹੁਣ ਉਹ ਮੈਨੂੰ ਸਪਾਂਸਰ ਨਹੀਂ ਕਰ ਰਹੀ ਤੇ ਉਹਨੇ ਕੰਪਲੇਂਟ ਐਨਆਈ ਡਿਪਾਰਟਮੈਂਟ ਵੀ ਦਿੱਤੀ ਹੈ ਇਹਦੇ ਵਿੱਚ 820 ਦੇ ਥੱਲੇ ਤੁਸੀਂ ਤੁਹਾਡੇ ਤੇ ਚਾਰजेस ਤੁਹਾਡੀ ਕੁੜੀ ਦੇ ਚਾਰਜ ਲੱਗ ਜਾਣਗੇ ਤੇ ਭਗੌੜਾ ਕਰਾਰ ਤੁਹਾਡੀ ਪਾਸਪੋਰਟ ਕੈਂਸਲ ਕੁੜੀ ਦਾ ਹੋ ਜਾਵੇਗਾ ਤੇ ਇਮੀਗ੍ਰੇਸ਼ਨ ਤੁਹਾਡੀ ਲੜਕੀ ਨੂੰ ਨਹੀਂ ਮਿਲਣੀ ਕੋਈ ਪੀਸੀਸੀ ਭਾਵੇਂ ਇਹ ਦੇ ਚੁੱਕੇ ਨੇ ਔਰ ਹੁਣ ਰਜਿਸਟਰ ਕੇਸ ਹੋ ਗਿਆ ਤੇ ਦੁਬਾਰਾ ਪੀਸੀਸੀ ਜਿਹੜੀ ਆ ਉਹ ਕੈਂਸਲ ਕਰਕੇ ਦੁਬਾਰਾ ਉਹ ਆਫਿਸ ਨੂੰ ਭੇਜ ਦਿੱਤੀ ਜਾਊਗੀ ਤੇ ਤੁਸੀਂ ਇਸ ਮਾਮਲੇ ਬਾਰੇ ਕਹਿਣਾ ਕੀ ਚਾਹੁੰਦੇ ਹੋ ਕਿ ਇਹ ਲੜਕੀ ਨੇ ਜਵਾਬ ਕਿਉਂ ਦਿੱਤਾ ਲੜਕੇ ਨੂੰ ਸਰ ਪਤਾ ਗੱਲ ਕੀ ਦੇਖੋ ਇੱਧਰ ਤੁਸੀਂ ਵੀ ਸਮਝਦਾਰ ਜੇ ਤੇ ਮੈਂ ਵੀ ਸਮਝਦਾਰ ਆ ਵੇਖੋ ਸਰ ਜਦੋਂ ਬੇਟੀ ਦਾ ਵਿਆਹ ਹੋਇਆ ਨਾ ਹਾਂ ਇਹ ਦੋਨਾਂ ਨੇ ਲਵ ਮੈਰਿਜ ਕਰਾਈ ਸੀ ਜੀ ਠੀਕ ਹੈ ਚਲੋ ਸਾਡੀ ਰਜਾਮੰਦੀ ਨਾਲ ਹੋਇਆ ਵਿਆਹ ਠੀਕ ਹੈ ਵੇਖੋ ਜਦੋਂ ਬੇਟੀ ਬਾਹਰ ਗਈ ਆ ਨਾ ਜੀ ਉਦੋਂ ਇਹ ਮੁੰਡਾ 10,000 ਰੁਪਏ ਮਹੀਨੇ ਦੇ ਉੱਤੇ ਨੌਕਰੀ ਕਰਦਾ ਸੀ ਤੇ ਕਿਰਾਏ ਤੇ ਰਹਿੰਦੇ ਸੀ ਕਿਰਾਏ ਤੇ ਰਹਿੰਦੇ ਕੌਣ ਸੀ ਮੁੰਡਾ ਰਹਿੰਦਾ ਸੀ ਮੁੰਡਾ ਵੀ ਤੇ ਰਬੀਨਾ ਵੀ ਅੱਛਾ ਕਿਰਾਏ ਤੇ ਰਹਿੰਦੇ ਸੀਗੇ ਇੱਥੇ ਬੱਕਰੇ ਅੰਮ੍ਰਿਤਸਰ ਕਿਰਾਏ ਤੇ ਰਹਿੰਦੇ ਸੀ ਕੁੜੀ ਵੀ ਕੰਮ ਕਰਦੀ ਸੀ ਮੇਰੀ ਹਾਂਜੀ ਕੁੜੀ ਵੀ ਕੰਮ ਕਰਦੀ ਸੀ ਕੁੜੀ ਸਾਰਾ ਇੱਥੇ ਆਇਲਸ ਪੜ੍ਹਾਉਂਦੀ ਸੀ ਬੱਚਿਆਂ ਨੂੰ ਉਹ ਕਿੰਨੇ ਕਮਾਉਂਦੀ ਸੀ ਉਹ ਸਾਰਾ ਉਹਦੇ ਪੈਸੇ ਬਹੁਤ ਕਮਾਉਂਦੀ ਸੀ ਕਿੰਨੇ ਕਮਾਉਂਦੀ ਸੀ ਮੇਰੇ ਹਿਸਾਬ ਨਾਲ ਤੇ 60-70 ਹਜ਼ਾਰ ਰੁਪਏ ਮਹੀਨਾ ਕਮਾਉਂਦੀ ਗਵਰਨਮੈਂਟ ਜੌਬ ਸੀ ਉਹਦੀ ਨਹੀਂ ਸਰ ਗਵਰਨਮੈਂਟ ਜੌਬ ਨਹੀਂ ਸੀਗੀ ਪ੍ਰਾਈਵੇਟ ਬੱਚਿਆਂ ਨੂੰ ਆਇਲਸ ਪੜ੍ਹਾਉਂਦੀ ਸੀ ਆਈਲੈਟਸ ਵਾਲਿਆਂ ਦੀ 60-70 ਹਜ਼ਾਰ ਨਹੀਂ ਹੁੰਦੀ ਜੀ ਇੰਨੀ ਪੇ ਕਿੱਥੇ ਹੁੰਦੀ ਮੈਂ ਪੜਾਉਂਦਾ ਰਿਹਾ 70000 ਰੁਪਏ ਤਾਂ ਲੋੜਿਆ ਹੋਇਆ 70000 ਰੁਪਇਆ ਦੇਖੋ ਸਰ ਪਤਾ ਗੱਲ ਕੀ ਹੈ ਜਦੋਂ ਬੇਟੀ ਕੈਨੇਡਾ ਆਈ ਆ ਨਾ ਮੈਂ ਸਰ ਕਮੇਟੀਆਂ ਚੁੱਕ ਕੇ ਆਪਣੀ ਮਕਾਨ ਦੀ ਰਜਿਸਟਰੀ ਗਿਰਵੀ ਰੱਖ ਕੇ ਜੀ ਠੀਕ ਹੈ ਆਪਣੇ ਯਾਰਾਂ ਦੋਸਤਾਂ ਕੋਲ ਪੈਸੇ ਫੜ ਕੇ ਇੱਕ ਮੇਰੇ ਕੋਲ ਗਲਤੀ ਜ਼ਰੂਰ ਹੋਈ ਆ ਕਿ ਉਸ ਟਾਈਮ ਜਿਹੜੇ ਪੈਸੇ ਦਿੰਦਾ ਹੀ ਰਹੇ ਆ ਉਹ ਸਾਰੇ ਸਰ ਕੀਤਾ ਹੈ ਕੰਪਲੇਂਟ UDI ਨੰਬਰ ਵੀ ਉਹਨਾਂ ਦਿੱਤਾ ਹੈਗਾ ਬਾਕੀ ਇਹਦੇ ਕੋਈ ਰਿਸਪੌਂਸ ਨਹੀਂ ਆ ਰਿਹਾ ਹੈਗਾ ਦੇਖੋ ਕੰਪਲੇਂਟ ਕਰਨੀ ਵੱਖਰੀ ਗੱਲ ਹੈ ਪਰ ਪੁਲਿਸ ਨੇ ਐਕਸ਼ਨ ਕੀ ਲਿਆ ਸੋ ਫਾਰ ਸਰ ਉਹਨਾਂ ਨੇ ਇੱਕ ਦੋ ਵਾਰੀ ਬੁਲਾਇਆ ਤੇ ਪਾਪਾ ਨੂੰ ਬਾਕੀ ਮੇਲ ਵੀ ਇਹਨੂੰ ਕੀ ਹੈ ਤੇ ਪਰ ਉਸ ਤੋਂ ਬਾਅਦ ਰਿਸਪੌਂਸ ਨਹੀਂ ਆਇਆਗਾ ਰਿਸਪੌਂਸ ਤੁਹਾਨੂੰ ਨਹੀਂ ਆਉਣਾ ਯੂ ਸ਼ੁਡ ਗੋ ਟੂ ਪੁਲਿਸ ਸਟੇਸ਼ਨ ਅਗੇਨ ਕਿ ਮੇਰੇ ਨਾਲ ਨੇ ਫਰਾਡ ਕੀਤਾ ਹੈ ਤੇ ਇੱਕ ਤੁਸੀਂ CBSA ਨੂੰ ਇੱਕ ਲੈਟਰ ਲਿਖੋ ਇੱਕ RCMP ਲਿਖੋ ਕਿ ਮੇਰੇ ਨਾਲ ਫਰਾਡ ਕੀਤਾ ਇਹਨੇ ਮੇਰੇ ਨਾਲ ਵਿਆਹ ਕਰਾ ਕੇ ਆਈ ਇੱਥੇ ਤੇ ਮੇਰੇ ਪੈਸੇ ਲਵਾ ਕੇ ਆਈ ਮੈਂ ਫੀਸ ਤਾਰੀ ਹੈ ਤੇ ਇਹ ਫਰਾਡ ਦੇ ਵਿੱਚ ਚਾਰਜ ਹੋ ਗਈ ਤੇ ਇਮੀਗ੍ਰੇਸ਼ਨ ਜਿਹੜੀ ਹੈ ਇਹਦੇ ਖਾਤੇ 'ਚ ਟ੍ਰਾਂਸਫਰ ਹੁੰਦੇ ਰਹੇ ਤੁਸੀਂ ਮੁੰਡੇ ਨੂੰ ਦਿੰਦੇ ਸੀ ਮੁੰਡਾ ਗਾਂ ਦਿੰਦਾ ਸੀ ਆਪਣੀ ਵਾਈਫ ਨੂੰ ਹਾਂਜੀ ਤੁਸੀਂ ਮੁੰਡੇ ਨੂੰ ਤੁਸੀਂ ਆਸ਼ੀਸ਼ ਦੇ ਅਕਾਊਂਟ ਵਿੱਚ ਪੈਸੇ ਪਾਉਣੇ ਸੀ ਤਾਂ ਆਸ਼ੀਸ਼ ਫੀਸ ਤਾਰ ਰਿਹਾ ਨਹੀਂ ਸੀ ਸਰ ਨਾ ਬੇਟੀ ਨੂੰ ਵੀ ਪਤਾ ਪੈਸਿਆਂ ਦਾ ਨਹੀਂ ਮੇਰੇ ਕਹਿੰਦਾ ਭਾਵ ਹੈ ਕਿ ਉਹ ਪੈਸੇ ਤੁਸੀਂ ਦਿੰਦੇ ਕਿਹਨੂੰ ਸੀ ਕਿਹੜੇ ਅਕਾਊਂਟ 'ਚ ਪਾਉਣੇ ਸੀ ਰਵੀਨਾ ਦੇ ਪਾਉਣੇ ਸੀ ਜਾਂ ਆਸ਼ੀਸ਼ ਦੇ ਅਕਾਊਂਟ ਵਿੱਚ ਮੈਂ ਰਬੀਨਾ ਨੂੰ ਪੈਸੇ ਦਿੰਦਾ ਸੀ ਰਬੀਨਾ ਇਹਦੇ ਕੋਡ ਦੇ ਵਿੱਚ ਪੈਸੇ ਪਾ ਕੇ ਤੇ ਆਈਲੈਟਸ ਇਹਨਾਂ ਨੇ ਬਾਹਰ ਵੀਜ਼ਾ ਲਿੱਤਾ ਸੀ ਠੀਕ ਹੈ ਜਦੋਂ ਬੇਟੀ ਗਈ ਬਾਹਰ ਮੇਰੀ ਸਰ ਜੋ ਵੇਖੋ ਨਾ ਮੈਨੂੰ ਕੋਈ ਝੂਠ ਬੋਲ ਕੇ ਮਿਲਣਾ ਵਾ ਨਾ ਮੈਨੂੰ ਕੀ ਲੋੜ ਆ ਜਦੋਂ ਬੇਟੀ ਗਈ ਬਾਹਰ ਉਦੋਂ ਲੋਕਡਾਊਨ ਲੱਗ ਗਿਆ ਬੇਟੀ ਨੇ ਉੱਥੋਂ ਇਹਨੂੰ ਕਿਹਾ ਕਿ ਵੀ ਪੈਸੇ ਮੈਨੂੰ ਭੇਜੋ ਤੇ ਮੇਰੇ ਇੱਥੇ ਬਦਲ ਕੰਮ ਕਰ ਵੀ ਉਹਨਾਂ ਹੀ ਸੀ After leaving a message, you can ਮੇਰੀ ਇੱਕ ਮਿੰਟ ਗੱਲ ਸੁਣੋ ਉਸ ਤੋਂ ਬਾਅਦ ਬੇਟੀ ਨੇ ਇਹਨੂੰ 2 ਵਾਰੀ ਕਾਗਜ਼ ਭੇਜੇ ਇੱਥੇ ਓਕੇ ਇਹ ਕਹਿੰਦਾ ਸੀ ਕਿ ਮੈਂ ਆਪਣਾ ਉਹਨੇ ਕਿਹਾ ਕਿ ਜਦੋਂ ਇੱਥੇ ਸਾਰੇ ਦੀ PR ਨਹੀਂ ਹੋਈ ਸਾਰੇ ਬੱਚਿਆਂ ਦੀ ਉਹਨੇ ਕਿਹਾ ਕਿ ਤੂੰ ਸ਼ੀਸ਼ ਮੇਰੇ ਕਾਗਜ਼ ਜਿਹੜਾ ਮੈਰਿਜ ਸਰਟੀਫਿਕੇਟ ਹੈ ਜਿਹੜਾ ਇੱਥੋਂ ਮਤਲਬ ਕਿ ਥਾਣੇ ਵਿੱਚੋਂ ਰਿਪੋਰਟ ਜਾਂਦੀ ਵੀ ਬੇਟੀ ਇੱਥੇ ਵਿਆਹੀ ਹੈ ਮੈਨੂੰ ਉਹ ਕਾਗਜ਼ ਭੇਜ ਇਹਨੇ ਇਸ ਬੰਦੇ ਨੇ ਕਹੀ ਇੰਨੀ ਗੱਲ ਕਿ ਵੀ ਮੈਂ ਤੇਰੇ ਨਾਲ PR ਤੇ ਨਹੀਂ ਰਹਿਣਾ ਮੈਨੂੰ ਵਰਕ ਪਰਮਿਟ ਦੇ ਭੇਜ ਤੇ ਮੈਨੂੰ ਪਹਿਲੇ 10 ਲੱਖ ਰੁਪਇਆ ਦੇ ਤੇ ਫਿਰ ਮੈਂ ਤੈਨੂੰ ਕਾਗਜ਼ ਭੇਜਣੇ ਇਹ ਮੁੰਡੇ ਨੇ ਕਿਹਾ 10 ਲੱਖ ਰੁਪਇਆ ਦੇ ਹਾਂ ਸਰ ਮੈਂ ਇਹੀ ਤੇ ਗੱਲ ਹੈ ਕਿ ਵੀ ਇੱਕ ਬੰਦਾ 10,000 ਰੁਪਏ ਮਹੀਨੇ ਦਾ ਲੈਂਦਾ ਮੇਰਾ ਆਪਣਾ ਠੇਕੇਦਾਰੀ ਦਾ ਕੰਮ ਹੈ ਸਰ ਸਮਰਸੀਬਲ ਵਾਲਾ ਬੋਰਿੰਗ ਦਾ ਕੰਮ ਹੈ ਮੇਰਾ ਹੈਲੋ ਠੀਕ ਹੈ ਫਿਰ ਵੇਖੋ ਉੱਥੇ ਤੁਹਾਨੂੰ ਸਾਰੇ ਪ੍ਰੂਫ ਉਹ ਬੇਟੀ ਦੇਗੀ ਕਿ ਵੀ ਜੋ ਇਹਨੂੰ ਉਹ ਫੋਨ ਕਰਦੀ ਰਹੀ ਆ
ਕਿ ਇਹ ਉਹਨੂੰ ਅੱਗੋਂ ਕੀ ਜਵਾਬ ਦਿੰਦਾ ਰਿਹਾ। ਹੋਲਡ ਮਰ ਸਕਦਾ, ਲਾਈਨ ਹੋਲਡ ਰੱਖਿਓ। ਆਪਣੇ ਆਸ਼ੀਸ਼, ਤੁਸੀਂ ਆਪਣੀ ਵਾਈਫ ਤੋਂ 10 ਲੱਖ ਰੁਪਇਆ ਮੰਗਿਆ ਸੀ? ਸਰ ਮੈਂ ਕੋਈ ਪੈਸਾ ਨਹੀਂ ਤੋਂ ਮੰਗਿਆ, ਖੁਦ ਸਗੋਂ ਉਹ ਮੰਗਦੀ ਰਹੀ ਮੇਰੇ ਕੋਲ ਪੈਸੇ। ਚਲੋ ਇਹਨਾਂ ਨੇ ਪੰਜਾਬ ਨੂੰ ਕਿਹਾ ਨਾ, ਉਹਨਾਂ ਨੇ ਕਿਹਾ ਕਿ 3 ਲੱਖ ਰੁਪਇਆ ਭੇਜ ਮੈਨੂੰ ਤੇ ਮੈਂ ਤੇਰੀ PR ਦਾ ਕਰਵਾਵਾਂਗੀ। ਮਤਲਬ ਕਿ ਸ਼ਰਤਾਂ ਰੱਖਦੀ ਸੀ। ਫਿਰ ਉਸ ਤੋਂ ਬਾਅਦ ਇਹ ਚੀਜ਼ ਕਹਿੰਦੀ ਹੈ ਕਿ ਮੈਂ ਜਦੋਂ ਉੱਥੇ ਤੈਨੂੰ ਬੁਲਾਵਾਂਗੀ ਤੇ ਉੱਥੇ ਆਂਦੇ ਤੈਨੂੰ ਡਿਵੋਰਸ ਦੇਣਾ ਪਏਗਾ। ਇਹ ਚੀਜ਼ਾਂ ਕਹਿ ਰਹੀ ਸੀ, ਨਹੀਂ ਕੰਡੀਸ਼ਨਾਂ ਰੱਖ ਰਹੀ ਸੀ। ਤੁਹਾਡਾ ਸਹੁਰਾ ਕਹਿ ਰਿਹਾ ਕਿ 10 ਲੱਖ ਰੁਪਏ ਮੰਗਦੇ ਸੀ ਤੁਸੀਂ ਉਸ ਕੁੜੀ ਤੋਂ। ਸਰ ਮੈਂ ਜਿੱਦੀ ਮਰਜ਼ੀ ਮੈਂ ਕਸਮ ਪਵਾ ਦੋ ਮੈਂ ਹਾਂਜੀ ਸਰ ਵੇਖੋ, ਮੇਰੀ ਘਰ ਦੀ ਨੂੰ ਪੂਰੀ ਨਹੀਂ ਹੋਈ, 2.5 ਸਾਲ ਹੋ ਗਏ। ਹਾਂ ਠੀਕ ਹੈ, ਜਦੋਂ ਮੇਰੀ ਘਰ ਦੀ ਪੂਰੀ ਹੋਈ ਆ ਉਦੋਂ ਇਹਨਾਂ ਨੂੰ ਸੁਨੇਹਾ ਭੇਜਿਆ, ਇਹ ਆਏ ਆ। ਉਸ ਤੋਂ ਬਾਅਦ ਮੇਰੇ ਨਾਲ ਇਹਨਾਂ ਦੀ ਕੋਈ ਵੀ ਨਹੀਂ, 1% ਇਹਨੇ ਕਦੀ ਮੇਰੇ ਘਰ ਨਹੀਂ ਆ, ਨਾ ਮੇਰੇ ਨਾਲ ਕੋਈ ਗੱਲਬਾਤ ਕੀਤੀ ਆ। ਮੈਨੂੰ ਕੁਝ ਪਤਾ ਹੋਵੇ ਤਾਂ ਮੈਂ ਆਪਣੀ ਬੇਟੀ ਨਾਲ ਗੱਲ ਕਰਾਂ। ਸਰ ਮੈਂ ਨੋਟਿਸ ਆਇਆ ਵਾ, ਮੈਂ ਕਿਹਾ ਮੈਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਹੈਗਾ ਕਿ ਵੀ ਤੁਹਾਡੀ ਆਪਸ ਚ ਕੀ ਗੱਲ ਹੋਈ ਹੈ, ਕੀ ਬਾਤ ਹੋਈ ਹੈ। ਸੋ ਹੁਣ ਕੁੜੀ ਤੁਹਾਡੀ ਕੀ ਕਹਿੰਦੀ ਹੈ ਕਿ ਮੈਂ ਸਪਾਂਸਰ ਨਹੀਂ ਕਰਨਾ ਬੱਚੇ ਨੂੰ? ਕਿਉਂ ਸਰ? ਮੇਰੇ ਨਾਲ ਬੇਟੀ ਦੀ ਜਿਹੜੀ ਗੱਲ ਹੈਗੀ ਹੈ ਨਾ, ਕੋਈ ਗੱਲ ਨਹੀਂ। ਇਹਨਾਂ ਨੇ ਕਿਹਾ ਥਾਣੇ ਜੀ ਉੱਥੇ NRI ਦਫ਼ਤਰ ਤੁਸੀਂ ਜਾਓ। ਮੈਂ ਉੱਥੇ ਗਿਆ ਵਾ, ਉਹਨਾਂ ਨੂੰ ਮੈਂ ਕਿਹਾ ਭਾਜੀ ਵੇਖੋ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ, ਇਹ ਨੰਬਰ ਬੇਟੀ ਦਾ ਗੱਲਬਾਤ ਤੁਸੀਂ ਕਰੋ। ਠੀਕ ਹੈ, ਉਹਨਾਂ ਨੇ ਬੇਟੀ ਨਾਲ ਗੱਲਬਾਤ ਕੀਤੀ। ਉਹਨਾਂ ਨੂੰ ਵੀ ਮੈਂ ਇਹੀ ਗੱਲ ਕਹੀ ਹੈ ਕਿ ਵੀ ਜਦੋਂ ਬੇਟੀ ਉਧਰੋਂ ਕਾਗਜ਼ ਭੇਜਦੀ ਸੀ, ਇਹਨਾਂ ਨੂੰ ਕਹਿੰਦੀ ਸੀ ਕਿ ਵੀ ਤੂੰ ਇੱਥੋਂ ਵੀਜ਼ਾ ਇੱਥੋਂ ਤੂੰ ਪਰਮਿਟ ਲਵਾ ਆਪਣਾ, ਤੇ ਮੈਂ ਤੈਨੂੰ ਉਧਰੋਂ ਲਵਾਨੀ ਆ ਤੇ ਦੋਨੇ PR ਹੋ ਜਾਣਗੇ। ਉਦੋਂ ਤੇ ਸਾਰੇ ਇਹਨਾਂ ਨੇ ਕੋਈ ਪੱਲਾ ਨਹੀਂ ਉਹਨੂੰ ਫੜਾਇਆ। ਓਕੇ, ਕੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਆਸ਼ੀਸ਼? ਮੈਂ ਇਹ ਗੱਲ ਮੰਨਦਾ ਕਿ ਤੁਸੀਂ 10 ਲੱਖ ਰੁਪਏ ਝੂਠ ਕਹਿ ਰਹੇ ਹੈਗੇ ਮੈਨੂੰ। ਮੈਂ ਕੋਈ ਨਹੀਂ ਇਹਨਾਂ ਕੋਲ ਮੰਗੇ ਪੈਸੇ। ਸਰ ਇਹਨਾਂ ਨੇ ਸਗੋਂ ਮੇਰੇ ਕੋਲ ਮੰਗੇ ਪੈਸੇ 3 ਲੱਖ ਰੁਪਇਆ, ਕਹਿੰਦੇ ਕਿ ਭੇਜ ਤੇ ਫਿਰ ਤੇਰਾ ਵਰਕ ਪਰਮਿਟ ਤੇ ਅਪਲਾਈ ਕਰਦੇ ਆ। ਫਿਰ ਉਸ ਤੋਂ ਬਾਅਦ ਕਿਹਾ ਵਾ ਕਿ ਇੱਕ ਮਿੰਟ ਸਰ, ਇੱਕ ਮਿੰਟ। ਇਹ ਕਹਿੰਦਾ ਹੈ ਕਿ ਮੇਰੇ ਕੋਲ ਉਹਨੇ 3 ਲੱਖ ਰੁਪਇਆ ਮੰਗਿਆ ਕਿ ਮੈਂ ਤਦ ਤੇਰੇ ਕਾਗਜ਼ ਭੇਜਾਂਗੇ ਕਿ ਤੂੰ 3 ਲੱਖ ਰੁਪਇਆ ਦੇਂਗਾ। ਸਰ ਮੇਰੇ ਕੋਲ ਪ੍ਰੂਫ ਵੀ ਹੈਗਾ ਵਾ, ਮੇਰੇ ਕੋਲ ਰਿਕਾਰਡਿੰਗ ਪਈ ਹੋਈ ਹੈ ਚੀਜ਼ ਦੀ। ਵੇਖੋ ਇਹਦੇ ਕੋਲ ਵੀ ਪ੍ਰੂਫ ਹੈਗਾ ਤੇ ਤੁਹਾਨੂੰ ਬੇਟੀ ਵੀ ਪ੍ਰੂਫ ਦੇ ਦੇਗੀ। ਮੈਨੂੰ ਤਾਂ ਪਤਾ ਨਹੀਂ ਵੀ ਇਹਨਾਂ ਦੀ ਆਪਸ ਚ ਕੀ ਗੱਲਬਾਤ ਹੁੰਦੀ ਸੀ, ਕੀ ਨਹੀਂ ਹੁੰਦੀ ਸੀ। ਪਰ ਤੁਸੀਂ ਮੈਨੂੰ ਦੱਸੋ ਕਿ ਆਪਣੇ ਅਸ਼ਵਨੀ ਜੀ, ਜਿਸ ਬੰਦੇ ਨੇ ਕੈਨੇਡਾ ਨੂੰ ਜਾਣਾ ਆ, ਉਹ ਕਿਵੇਂ ਪੈਸੇ ਮੰਗੂਗਾ ਆਪਣੀ ਵਾਈਫ ਤੋਂ ਕਿ ਤੂੰ ਮੈਂ 10 ਲੱਖ ਰੁਪਏ ਦੇ ਤਾਂ ਮੈਂ ਕੈਨੇਡਾ ਆਉਣਾ ਹੈ? ਇਹ ਕਿਵੇਂ ਹੋ ਸਕਦਾ? ਵੇਖੋ ਇੱਧਰ ਵੇਖੋ, ਇਸ ਗੱਲ ਦਾ ਤੁਸੀਂ ਬੇਟੀ ਨਾਲ ਕਰੋ ਗੱਲ, ਤੁਹਾਨੂੰ ਉਹ ਸਭ ਕੁਝ ਕਲੀਅਰ ਕਰੇਗੀ, ਸਭ ਕੁਝ। ਤੁਹਾਡੀ ਬੇਟੀ ਨੇ ਸਾਡਾ ਫੋਨ ਹੈਂਗ ਅਪ ਕਰਤਾ, ਤੁਹਾਡੀ ਬੇਟੀ ਨੇ ਫੋਨ ਹੈਂਗ ਅਪ ਕਰਤਾ, ਵਿਚ ਇਜ਼ ਵੈਰੀ ਅਪਸੈਟ। ਅਸੀਂ ਬੜੇ ਅਪਸੈਟ ਆ। ਤੁਹਾਡੀ ਲੜਕੀ ਨੇ ਸ਼ੀ ਡਿਡਨਟ ਪੇ ਰਿਸਪੈਕਟ, ਸਾਡੀ ਰਿਸਪੈਕਟ ਨਹੀਂ ਪੇ ਕੀਤੀ ਉਹਨੇ। ਸੋ ਸਭ ਕਮ ਟੂ ਮਾਈਕ ਪਲੀਜ਼। ਕੀ ਰਿਸਪੌਂਸ ਹੈ ਲੜਕੀ ਦਾ? ਤੁਹਾਡੀ ਲੜਕੀ ਦੇ ਕੋਲ ਬਿਹੇਵੀਅਰ ਨਹੀਂ, ਮੈਨਰਸ ਨਹੀਂ ਹੈ। ਹਾਊ ਟੂ ਟਾਕ ਟੂ ਦੀ ਮੀਡੀਆ। ਬਸ ਵਧੀਆ ਗੱਲ ਕਰ ਰਹੇ ਸੀਗੇ ਉਹ, ਪਰ ਪਤਾ ਨਹੀਂ ਕਿਉਂ ਤੁਹਾਡਾ ਨਾਂ ਜਦੋਂ ਫੋਨ ਤੇ ਲੈ ਦਈਦਾ ਕਿਸੇ ਨੂੰ ਡਰ ਜਾਂਦਾ, ਪਤਾ ਨਹੀਂ ਕਦੋਂ ਫੋਨ ਕੱਟ ਜਾਂਦੇ ਜੀ। ਤੁਹਾਡੀ ਲੜਕੀ ਨੇ ਮਿਸਬਿਹੇਵ ਕੀਤਾ ਸਾਡੇ ਸਟਾਫ ਦੇ ਨਾਲ, ਝੂਠ ਬੋਲੀ ਹੈ। ਆਪਣੇ ਅਸ਼ਵਨੀ ਜੀ, ਤੁਹਾਡੀ ਲੜਕੀ ਦੀ ਕੰਪਲੇਂਟ ਅਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਦੇ ਰਹੇ ਹਾਂ ਔਰ ਪੁਲਿਸ ਨੂੰ ਦੇ ਰਹੇ ਹਾਂ, ਕਿਉਂਕਿ ਤੁਸੀਂ ਕੈਨੇਡਾ ਦੇ ਵਿੱਚ ਪੱਕੇ ਹੋਣ ਦੀ ਖਾਤਰ ਫਰਾਡ ਕਰਦੇ ਹੋ ਔਰ ਪੈਸੇ ਲੈ ਕੇ ਮੁੱਕਰ ਜਾਂਦੇ ਲੋਕ। ਔਰ ਇਮੀਗ੍ਰੇਸ਼ਨ ਦੇਖੋ ਸਰ, ਵੇਖੋ ਇੱਧਰ ਜਿਹੜੀ ਤੇ ਗੱਲ ਇਹ ਕਹਿੰਦੇ ਨਾ ਕਿ ਵੀ 12 ਲੱਖ ਰੁਪਇਆ ਅਸੀਂ ਲਾਇਆ ਵਾ, ਠੀਕ ਹੈ ਨਾ? ਇਹ ਕਹਿੰਦੇ 12 ਲੱਖ ਰੁਪਇਆ ਅਸੀਂ ਲਾਇਆ ਵਾ, ਪਰ ਮੈਂ ਇੱਥੇ ਸ਼ੋਅ ਕਰ ਦਾਂਗਾ ਕਿ ਵੀ ਪੈਸੇ ਮੈਂ ਦਿੱਤੇ ਆ। ਤੁਸੀਂ ਕਿਵੇਂ ਸ਼ੋਅ ਕਰ ਸਕਦੇ ਹੋ? ਸਰ ਮੈਂ ਦੇਖੋ ਇੱਧਰ, ਜਿੰਨਾ ਕੋ ਮੈਂ ਪੈਸੇ ਫੜੇ ਆ, ਜਿੰਨਾ ਕੋ ਮੈਂ ਕਮੇਟੀਆਂ ਚੁੱਕੀਆਂ ਵਾ, ਜਿੰਨਾ ਕੋ ਮੇਰੀ ਰਜਿਸਟਰੀ ਵਿਆਜੀ ਪਈ ਆ, ਗਹਿਣੇ ਪਈ ਆ। ਅਸੀਂ ਤੁਸੀਂ ਕਹਿੰਦੇ ਕਿ 12 ਲੱਖ ਰੁਪਏ ਤੁਸੀਂ ਲਿਆ ਹੈ, ਤੁਸੀਂ ਲਾਇਆ ਹੈ? ਜੀ ਸਰ ਮੇਰੀ ਗੱਲ ਸੁਣੋ, ਵਿਆਜੀ ਸਰ 3 ਲੱਖ ਰੁਪਇਆ ਗੱਲਾਂ ਲਿੱਤਾ ਵਿਆਜੀ, ਉਹ ਵੀ ਕਿਸ਼ਤਾਂ ਮੈਂ ਪੇ ਕਰਦਾ ਰਿਹਾ ਵਾਂ। ਵਿਆਜ ਦੇ ਸਾਰਾ ਮੇਰੇ ਕੋਲ ਰਿਕਾਰਡ ਪਿਆ ਹੋਇਆ ਵਾ, ਜਿਹੜੇ ਇਹਨਾਂ ਨੂੰ ਟ੍ਰਾਂਸਫਰ ਕਰਦਾ ਰਿਹਾ ਨਾ, ਇਹਨਾਂ ਦੇ ਫਰੈਂਡ ਨੂੰ, ਪਾਪਾ ਦੇ ਫਰੈਂਡ ਨੂੰ ਮੈਂ ਟ੍ਰਾਂਸਫਰ ਕਰਦਾ ਰਿਹਾ, ਉਹਦੇ ਮੇਰੇ ਕੋਲ ਰਿਕਾਰਡ ਪਿਆ। ਜਿਹੜੀ ਕਿਸ਼ਤ ਜਿਹੜੀ ਇਹਨਾਂ ਉਹ ਚੁੱਕਿਆ ਸੀ, ਕਮੇਟੀ ਪਾਈ ਸੀ, ਕਮੇਟੀ ਦਾ ਵੀ ਮੈਂ ਮੇਰੇ ਕੋਲ ਹੈਗਾ ਵਾ। ਜਿਹੜੇ ਪੈਸੇ ਮੇਰੀ ਇੱਕ ਮਿੰਟ, ਜਿਹੜੇ ਪੈਸੇ ਕਹਿੰਦਾ ਮੈਂ ਦਿੰਦਾ ਰਿਹਾ ਵਾਂ, ਉਹ ਵਿਆਜੀ ਤੇ ਵਿਆਜ ਦਿੰਦਾ ਰਿਹਾ ਕਿ ਕਮੇਟੀਆਂ ਜਿਹੜੀਆਂ ਚੁੱਕੀਆਂ ਸੀ ਉਹਦੀ ਕਮੇਟੀ ਵੀ ਦਿੰਦਾ ਰਿਹਾ ਵਾਂ, ਵਿਆਜ ਵੀ ਦਿੰਦਾ ਰਿਹਾ ਮੈਂ। ਹਾਂ
ਇਹ ਆਪਣੇ ਅਸ਼ੀਸ਼ ਤੇਰੀ ਵਾਈਫ 70000 ਰੁਪਏ ਕਮਾਉਣੀ ਸੀ ਤੇ ਤੂੰ 10000 ਰੁਪਏ ਕਮਾਉਣਾ ਸੀ? ਨਹੀਂ ਸਰ ਇਦਾਂ ਦੀ 10000 ਰੁਪਏ ਮੈਂ ਕਮਾਉਂਦਾ ਤੇ ਉਹ 70000 ਰੁਪਏ ਕਮਾਉਂਦੀ ਹੈ, ਝੂਠ ਹੀ ਹੈ ਸਰ। ਤੁਹਾਡੀ ਵਾਈਫ ਕਿੰਨੇ ਪੈਸੇ ਕਮਾਉਂਦੀ ਸੀ? ਸਰ ਜੇ 70000 ਮਹੀਨੇ ਦਾ ਕਮਾਉਂਦੀ ਵੀ ਹੈ ਤੇ ਫਿਰ ਉੱਥੇ ਜਾਣ ਦੀ ਜ਼ਰੂਰਤ ਹੀ ਨਹੀਂ ਗਈ ਸੀ ਕੈਨੇਡਾ 'ਚ। ਨਹੀਂ, ਕਿੰਨੇ ਕਮਾਉਂਦੀ ਸੀ, ਕਿੰਨਾ ਕਮਾ ਕੇ ਲੈਂਦੀ ਸੀ ਉਹ? ਸਰ ਇਹੀ 15-20 ਤੱਕ ਬਸ ਹੈਗਾ ਸੀ। ਅਸ਼ਵਨੀ ਤੁਸੀਂ ਝੂਠ ਕਿਉਂ ਬੋਲ ਰਹੇ ਹੋ? ਤੱਕ ਸਰ ਮੈਨੂੰ ਕੋਈ ਲੋੜ ਨਹੀਂ ਝੂਠ ਬੋਲਣ ਦੀ। ਬੀ ਕੁਆਇਟ। ਸਮਝੇ ਕਿ ਨਹੀਂ? ਮੈਂ Stop it! ਤੂੰ ਝੂਠ ਬੋਲ ਰਹੇ ਹੋ। 70000 ਦੀ ਇਨਕਮ। ਮੈਂ ਸਰ ਮੇਰੀ 1 ਮਿੰਟ ਮੇਰੀ ਅਰਜ਼ ਸੁਣੋ। ਮੈਂ ਜੈਨੂਅਨ ਬੰਦਾ ਵਾਂ, ਸਮਝੇ ਕਿ ਨਹੀਂ? ਮੇਰਾ ਤੁਸੀਂ ਇੱਥੇ ਰਿਕਾਰਡ ਪੁੱਛੋ ਕਿ ਵੀ ਇਹ ਬੰਦਾ ਕਿਸ ਤਰ੍ਹਾਂ ਦਾ ਵਾ। ਅਸੀਂ ਕਿਸੇ ਨਾਲ ਅੱਜ ਦਿਨ ਤੱਕ ਮਾਰਕੀਟ ਦੇ ਵਿੱਚ ਮੈਂ ਲੱਖਾਂ ਰੁਪਈਆ ਦਾ ਕੰਮ ਕਰਦਾ ਵਾਂ, ਕਦੀ 1 ਰੁਪਈਏ ਦਾ ਕਿਸੇ ਨਾਲ ਫਰੋਡ ਨਹੀਂ ਕੀਤਾ। ਇਸ ਬੰਦੇ ਦੀ ਆਪਣੇ ਖਾਤਰ ਦੇ ਵਿੱਚ ਕਰਕੇ ਜਦੋਂ ਬੇਟੀ ਨੂੰ ਕਹਿੰਦੀ ਸੀ ਵੀ ਤੂੰ ਕਾਗਜ਼ ਲਾ ਕਰੋ, ਇਹ ਕਿਉਂ ਨਹੀਂ ਮੰਨਦਾ? ਇਹ ਕਿਉਂ ਨਹੀਂ ਸੀ ਉਹਦਾ ਕਹਿਣਾ ਮੰਨਦਾ? ਇਹਨਾਂ ਦੀ ਆਪਸ 'ਚ ਕੋਈ ਗੱਲ ਹੋਈ ਹੈ, ਮੈਨੂੰ ਤੇ ਕਿਸੇ ਗੱਲ ਦਾ ਵੀ ਨਹੀਂ ਪਤਾ ਸਰ। ਪਰ ਅਸ਼ਵਨੀ ਜੀ ਤੁਸੀਂ ਐਡਾ ਵੱਡਾ ਤੂਫਾਨ ਤੋਲ ਦਿੱਤਾ ਕਿ 70000 ਰੁਪਏ ਕਮਾ ਰਹੀ ਹੈ ਲੜਕੀ। 70000 ਰੁਪਏ ਦੀ ਕੋਈ ਜੌਬ ਹੋ ਹੀ ਨਹੀਂ ਸਕਦੀ ਕਿਸੇ ਵੀ ਹਾਲਤ ਵਿੱਚ। ਇਹ ਤੁਹਾਡਾ ਕੋਰਾ ਝੂਠ ਹੈ। ਤੇ ਤੁਹਾਨੂੰ ਵੀ ਪਤਾ ਅੰਮ੍ਰਿਤਸਰ ਵਿੱਚ 70000 ਕੌਣ ਕਮਾਉਂਦਾ ਵਾ? ਅੰਮ੍ਰਿਤਸਰ ਵਿੱਚ 70000 ਰੁਪਏ ਸੈਲਰੀ। ਮੇਰੀ ਇੱਕ ਗੱਲ ਸੁਣੋ, ਵੇਖੋ ਬੇਟੀ ਨੂੰ ਆਈਲੈਟਸ ਬਾਹਰ ਵੀ ਪੜ੍ਹਾਉਂਦੀ ਸੀ ਤੇ ਘਰ ਵੀ ਆ ਕੇ ਕਲਾਸਾਂ ਲਾਉਂਦੀ ਸੀ। ਅਸ਼ਵਨੀ ਜੀ ਇਸ ਗੱਲ ਦਾ ਮੈਂ ਤੁਹਾਨੂੰ ਕੁਝ ਵੀ ਆਪਣੇ ਵੱਲੋਂ ਕੋਈ ਸਬੂਤ ਨਹੀਂ ਦੇ ਸਕਦਾ। ਇਹ ਮੁੰਡਾ ਜੋ ਕਹਿ ਰਿਹਾ ਵਾ ਇਸ ਟਾਈਮ, ਜੋ ਸਾਡੇ ਕੋਲ ਅਸੀਂ ਸਾਰੇ ਪੈਸੇ ਇਹਦੇ ਕੋਲ ਦੇ ਚੁਪਾਏ ਸੀ। ਅਸ਼ਵਨੀ ਤੁਹਾਡੀ ਲੜਕੀ ਨੂੰ ਤੰਗ, ਲੜਕੀ ਤੁਹਾਡੀ ਤੰਗ ਵੀ ਕਰਦਾ ਸੀ? ਕੌਣ? ਇਹ ਲੜਕਾ ਤੁਹਾਡਾ? ਦੇਖੋ ਮੇਰੀ 1 ਮਿੰਟ ਗੱਲ ਸੁਣੋ। ਜਦੋਂ ਇਹ ਰਹਿੰਦੇ ਸੀ ਨਾ ਆਪਣੀ ਮਦਰ ਦੇ ਨਾਲ, ਹਾਂ ਠੀਕ ਹੈ, ਉਦੋਂ ਕੋਈ ਨਾ ਕੋਈ ਚੌਥੇ ਦਿਨ ਗੱਲ ਹੋਈ ਰਹਿੰਦੀ ਸੀ ਇਹਨਾਂ ਦੀ। ਮੁੜ ਕੇ ਇਹ ਆ ਗਏ ਕਿਰਾਏ ਦੇ ਉੱਤੇ ਰਹਿਣ ਵਾਸਤੇ। ਜਿਸ ਦਿਨ ਬੇਟੀ ਬਾਹਰ ਗਈ ਆ ਉਸ ਤੋਂ 6 ਮਹੀਨੇ ਬਾਅਦ ਤੱਕ ਨੇ ਮੇਰੇ ਘਰ ਰਿਹਾ ਵਾ। ਜੇ ਇਹਨਾਂ ਨੇ ਜਿਹੜਾ ਪੈਸੇ ਲਾਏ ਹੁੰਦੇ, ਪੈਸੇ ਲਾਏ ਹੁੰਦੇ ਤੇ ਆਪਣੇ ਉੱਥੇ ਆਪਣੇ ਘਰ ਜਾ ਕੇ ਐਸਟ੍ਰੋਲੋਜਰ ਹੈਗੇ ਆ ਜਿਹੜੇ ਇਹਨਾਂ ਦੇ ਲਿੰਕ ਵਿੱਚ ਹੈਗੇ, ਉਹਨਾਂ ਨੇ ਸਾਨੂੰ ਗਾਈਡ ਕੀਤਾ ਹੈਗਾ ਸੀ ਕਿ ਤੁਸੀਂ ਆਪਣਾ ਘਰ ਛੱਡੋਗੇ, ਘਰੋਂ ਦੂਰ ਹੋ ਜਾਓਗੇ, ਤੁਹਾਡਾ ਵੀਜ਼ਾ ਮਤਲਬ ਅਪਰੂਵ ਹੋਏਗਾ। ਕਿਉਂਕਿ ਆਪਾਂ 2 ਵਾਰੀ ਆਇਲਸ ਕਰ ਲਿੱਤੀ ਸੀ, ਰੂਬੀਨਾ ਨੇ 2 ਵਾਰੀ ਆਲਰੇਡੀ ਕਰ ਲਿੱਤੀ ਸੀ, ਪਰ ਨਹੀਂ ਬੈਂਡ ਆ ਰਹੇ ਸੀ। ਤੇ ਜਦੋਂ ਤੀਸਰੀ ਵਾਰੀ ਜਦੋਂ ਆਪਾਂ ਅਲੱਗ ਹੋਏ ਉਦੋਂ ਬੈਂਡ ਆ ਗਏ ਤੇ ਫਿਰ ਉਸ ਤੋਂ ਬਾਅਦ ਆਪਾਂ ਉਧਰ ਦਾ ਕੈਨੇਡਾ ਦਾ ਫਿਰ ਅਪਲਾਈ ਕਰ ਦਿੱਤਾ। ਨਹੀਂ, ਇਹ ਤੁਹਾਨੂੰ ਕੋਡ ਕਹਿੰਦੇ ਕਿ ਤੁਸੀਂ ਜੇ ਘਰ ਵਿੱਚ ਰਹੋਗੇ ਤਾਂ ਤੁਹਾਨੂੰ ਵੀਜ਼ਾ ਨਹੀਂ ਮਿਲਣਾ ਤੇ ਬਾਅਦ ਚ ਰਹੋਗੇ। ਵੀਜ਼ਾ ਹੂ ਟੋਲਡ ਯੂ ਦੈਟ? ਜੋਤਸ਼ੀ ਹੈਗੇ ਇੱਕ। ਓ ਕਮ ਔਨ ਪਲੀਜ਼, ਜੋਤਸ਼ੀਆਂ ਨੂੰ ਕੀ ਪਤਾ ਹੈ? ਸਰ ਮੈਂ ਵੀ ਉਹਨਾਂ ਦੀ ਗੱਲਾਂ ਵਿੱਚ ਆ ਗਿਆ ਨਾ। ਉਹੀ ਅਸੀਂ ਹੁਣ ਤੁਹਾਡਾ ਰੌਲਾ ਕੀ ਆ? ਹੁਣ ਤੁਹਾਡੀ ਵਾਈਫ ਤੁਹਾਨੂੰ ਸਪਾਂਸਰ ਨਹੀਂ ਕਰਨਾ ਚਾਹੁੰਦੀ? ਨਹੀਂ ਸਰ, ਕਰਦੀ ਵੀ ਹੈਗੀ, ਨਹੀਂ ਕਰਦੀ। ਅਸ਼ਵਨੀ ਜੀ ਤੁਹਾਡੀ ਲੜਕੀ ਇਸ ਨੂੰ, ਮੇਰੀ ਗੱਲ ਸੁਣੋ ਸਰ, 1 ਮਿੰਟ ਲਾਸਟ ਤੱਕ ਮੈਂ ਇਹਦੇ ਨਾਲ ਹੋਲਡ ਔਨ ਰਿਹਾ ਵਾਂ, ਦੇਖ ਲਓ। ਹੋਲਡ ਔਨ ਅਸ਼ਵਨੀ ਜੀ ਤੁਹਾਡੀ ਧੀ ਰਾਣੀ ਮੁੰਡੇ ਨੂੰ ਸਪਾਂਸਰ ਕਰਨਾ ਚਾਹੁੰਦੀ ਜਾਂ ਨਹੀਂ? ਸਰ ਦੇਖੋ, ਜਦ ਮੈਂ ਤੇ ਤੁਹਾਨੂੰ ਬਾਰ-ਬਾਰ ਇਹੋ ਹੀ ਗੱਲ ਕਹਿ ਰਿਹਾ ਵਾਂ ਕਿ ਮੇਰੀ ਇਹਨਾਂ ਦੇ ਨਾਲ 2 ਸਾਲ ਹੋ ਗਏ, ਕੋਈ ਗੱਲਬਾਤ ਨਹੀਂ ਹੋਈ। ਨਾ ਮੁੰਡਾ ਮੇਰੇ ਘਰ ਆਇਆ ਵਾ, ਨਾ ਮੈਨੂੰ ਮੈਨੇ ਕਿਹਾ ਵੀ ਮੇਰੀ ਗੁਰਬੀਨਾ ਨਾਲ ਇਹ ਗੱਲ ਹੁੰਦੀ ਹੈ, ਇਹ ਬਾਤ ਹੁੰਦੀ ਹੈ। ਤੁਹਾਡੀ ਲੜਕੀ ਨਾਲ ਤੁਹਾਡੀ ਗੱਲ ਹੁੰਦੀ ਹੈ? ਦੇਖੋ ਸਰ, ਜੇ ਤੇਰੀ ਉਹਦੇ ਨਾਲ ਕੋਈ ਗੱਲਬਾਤ ਹੁੰਦੀ ਤੂੰ ਮੈਨੂੰ ਆ ਕੇ ਕਹਿ ਕਿ ਵੀ ਪਾਪਾ ਹੀ ਇਹ ਗੱਲ ਹੈਗੀ ਆ ਤੇ ਤੁਸੀਂ ਰਬੀਨਾ ਨੂੰ ਸਮਝਾਓ। ਦੇਖੋ ਸਰ, ਆਖਰ ਮੈਂ ਮਾਂ ਪਿਓ ਵਾਂ, ਮੈਂ ਵੀ ਉਹਨੂੰ ਸਮਝਾ ਸਕਦਾ, ਪਰ ਮੈਨੂੰ ਜਦ ਪਤਾ ਹੀ ਨਹੀਂ ਵੀ ਤੇਰੇ ਵਿੱਚ ਤੇ ਉਹਦੇ ਵਿੱਚ ਕੀ ਗੱਲਬਾਤ ਹੋ ਰਹੀ। ਮੈਨੂੰ ਅੱਜ 2 ਸਾਲ 2.5 ਸਾਲਾਂ ਬਾਅਦ ਆ ਕੇ ਤੂੰ ਕਹੇਗਾ ਕਿ ਵੀ ਇਹ ਕੰਮ ਆ। ਮੈਨੂੰ ਤੇ ਨਾ ਕੁੜੀ ਕੁਛ ਦੱਸਦੀ ਹੈ ਤੇ ਨਾ ਕੁਛ ਇਹ ਦੱਸਦਾ ਸੀ। 2 ਸਾਲ ਪਾਪਾ ਜੀ, ਜਦੋਂ ਪੁਨੀਤ ਦੀ ਮੈਰਿਜ ਹੋਈ ਹੈ ਮੈਂ ਤੁਹਾਡੇ ਨਾਲ ਹੀ ਉੱਥੇ ਹੀਗਾ ਸੀ ਨਾ, ਮੈਂ ਗਿਆ ਸੀ ਨਾ ਮੈਰਿਜ। ਨਹੀਂ, ਹਾਂ, ਕਿੰਨਾ ਚਿਰ ਹੋ ਗਿਆ ਸੀ ਮੈਰਿਜ ਨੂੰ? ਉਸ ਤੋਂ ਬਾਅਦ ਵੀ ਆਂਦੇ ਰਹੇ ਆ। ਉਸ ਤੋਂ ਬਾਅਦ ਤੂੰ ਮੇਰੀ 1 ਮਿੰਟ ਗੱਲ ਸੁਣ, ਤੂੰ ਮੈਨੂੰ ਇੱਕ ਵਾਰੀ ਵੀ ਕਿਹਾ ਵਾ ਤੇ ਮੇਰੀ ਰਬੀਨਾ ਨਾਲ ਗੱਲਬਾਤ ਹੁੰਦੀ ਆ। ਹੁਣ ਜਦ ਸਾਡੇ ਦੋਵਾਂ ਵਿੱਚ ਕੋਈ ਜੇ ਤੇਰੀ ਕੋਈ ਰਬੀਨਾ ਨਾਲ ਗੱਲਬਾਤ ਹੁੰਦੀ ਸੀ, ਤੂੰ ਮੈਨੂੰ ਇੱਕ ਵਾਰੀ ਵੀ ਘਰ ਆ ਕੇ ਕਿਹਾ ਵਾ ਕਿ ਵੀ ਪਾਪਾ ਜੀ ਰਬੀਨਾ ਮੇਰਾ ਕਹਿਣਾ ਨਹੀਂ ਮੰਨਦੀ, ਰਬੀਨਾ ਇਹ ਕਰਦੀ ਆ। ਤੂੰ ਅੱਜ ਦਿਨ ਤੱਕ ਇੱਕ ਵਾਰੀ ਵੀ ਮੈਨੂੰ ਆ ਕੇ ਕਿਹਾ ਵਾ? ਪਾਪਾ ਜੀ ਉਹਨੇ ਤੁਹਾਡੇ ਸਾਹਮਣੇ ਕਈ ਵਾਰੀ ਮੈਨੂੰ ਇਗਨੋਰ ਕੀਤਾ। ਮੇਰੀ ਗੱਲ ਸੁਣੋ, ਤੁਹਾਡੇ ਸਾਹਮਣੇ ਕਈ ਵਾਰੀ ਉਹਨੇ ਇਗਨੋਰ ਕੀਤਾ ਮੈਨੂੰ, ਪਰ ਤੁਸੀਂ ਇਗਨੋਰ ਕੀਤਾ ਉਹਨੇ। ਇਗਨੋਰ ਕਿਸ ਗੱਲ ਤੋਂ ਕੀਤਾ ਉਹਨੇ? ਸਰ ਵੇਖੋ, ਕੋਈ ਨਾ ਕੋਈ ਕਮੀ ਹੋਈ, ਕੋਈ ਨਾ ਕੋਈ ਗੱਲਬਾਤ ਹੋਈ। ਜਿਸ ਬੰਦੇ ਨੇ ਇਦਾਂ ਦਾ ਕੰਡੀਸ਼ਨ, ਮੇਰੀ ਗੱਲ ਸੁਣੋ,
ਮੈਂ ਵਿਆਹ ਦੇ ਵਿੱਚ ਰਾਜੀ ਨਹੀਂ ਸੀ ਹੋਇਆ। ਇਹਨਾਂ ਦੇ ਮਾਤਾ ਪਿਤਾ, ਇਹਨਾਂ ਦੀਆਂ ਭੈਣਾਂ ਆ ਕੇ ਮੇਰੇ ਘਰ ਆ ਕੇ ਥੱਲੇ ਮਾਰਦੀਆਂ ਸੀ, ਨਹੀਂ ਤੁਸੀਂ ਵਿਆਹ ਕਰਨਾ ਵਾ, ਤੁਸੀਂ ਵਿਆਹ ਕਰ ਦਿਓ। ਅਸੀਂ ਕੋਈ ਇਹਨਾਂ ਨਾਲ ਕੋਈ ਮਾਰੇ ਥੋੜਾ ਗਏ ਆ। ਇੱਕ ਸੈਕਿੰਡ ਹੋਲਡ ਕਰਾਂ ਜੀ ਲਾਈਨ ਨੂੰ। ਸੋ ਹੁਣ ਤੁਹਾਡੀ ਲੜਕੀ ਦੀ ਗੱਲ ਤੁਹਾਡੇ ਨਾਲ ਕਦੋਂ ਹੋਈ ਅਸ਼ਵਨੀ ਜੀ? ਤੁਹਾਡੀ ਲੜਕੀ ਨੇ ਕਦੋਂ ਗੱਲ ਕੀਤੀ ਹੈ ਕਿ ਮੈਂ ਨਹੀਂ ਰਹਿਣਾ ਇਸ ਮੁੰਡੇ ਨਾਲ? ਸਰ ਮੇਰੇ ਨਾਲ ਇਸ ਬਾਰੇ ਵਿੱਚ ਉਹਦੇ ਬੇਟੀ ਦੇ ਨਾਲ ਮੈਂ ਇੰਨੀ ਗੱਲ ਕਹੀ ਸੀ ਉਹਨੂੰ ਕਿ ਵੀ ਬੇਟੀ ਤੂੰ ਇੰਨਾ ਵੱਡਾ ਕਦਮ ਚੁੱਕਣ ਲੱਗਿਆ, ਤੂੰ ਪਹਿਲੇ ਪਿਓ ਦੇ ਕੰਨੀ ਤੇ ਇੰਨੀ ਗੱਲ ਕਰ ਲਈ। ਉਹਨੇ ਇਹ ਗੱਲ ਕਹੀ, ਪਾਪਾ ਮੈਂ ਪਤਾ ਕਿੰਨਾ ਮਜਬੂਰ ਹੋ ਕੇ ਮੈਂ ਇੱਥੇ ਹਸਪੀਟਲਾਂ ਦੇ ਵਿੱਚ ਰਹੀ ਹਾਂ, ਜਿੰਨੀਆਂ ਮੈਨੂੰ ਧਮਕੀਆਂ ਲਾਉਂਦਾ ਸੀ। ਹੁਣ ਮੈਨੂੰ ਇਸ ਗੱਲ ਦਾ ਨਹੀਂ ਪਤਾ ਉਹ ਹਸਪਤਾਲ। ਬਸ अब ਇੱਕ ਤਾਂ ਮੈਂ ਕਹਿਣਾ ਤਾਂ ਚਾਹੁੰਦਾ ਨਹੀਂ ਸੀ, ਪਰ ਮੈਂ ਇੰਨੀ ਕੁ ਗੱਲ ਅੱਜ ਜ਼ਰੂਰ ਕਹੂੰਗਾ। ਪਿਛਲੇ ਹਫਤੇ ਦੇ ਵਿੱਚ ਮੈਨੂੰ 5-7 ਆਈਲੈਟਸ ਵਾਲੀਆਂ ਇਹੋ ਜਿਹੀਆਂ ਮਿਲ ਗਈਆਂ। ਬਾਅਦ ਚੋਂ ਜਾਂ ਤਾਂ ਇਹ ਛੇਤੀ ਹਸਪਤਾਲਾਂ 'ਚ ਪਹੁੰਚ ਜਾਂਦੀਆਂ, ਜਾਂ ਇਹ ਬੜੀ ਛੇਤੀ ਕਹਿ ਦਿੰਦੀਆਂ ਮੈਨੂੰ ਸਟ੍ਰੈਸ ਹੁੰਦਾਗਾ, ਤੁਸੀਂ ਮੈਨੂੰ ਤੰਗ ਕਰਦੇ ਆ। ਜਾਂ ਫਿਰ ਇੱਕ ਹੋਰ ਅੱਜ ਕੱਲ ਨਵੀਂ ਧਮਕੀ ਚੱਲਦੀ ਆ, ਉਹ ਪਤਾ ਨਹੀਂ ਕੀ ਹੁੰਦੀ ਟਰਮ, ਕਹਿੰਦੇ ਅਸੀਂ ਸੁਸਾਈਡਲ ਵਾਚ ਤੇ ਚੱਲਦੇ ਆ, ਉਹ ਪਤਾ ਨਹੀਂ ਕਿਹੜੀ ਵਾਚ ਹੁੰਦੀ ਆ। ਤੇ ਰਵੀਨਾ ਜੀ ਦਾ ਫੋਨ ਆ ਗਿਆ, ਬਸ अब ਤੁਸੀਂ ਗੱਲ ਕਰੋਗੇ ਜੀ। ਹੈਲੋ ਰਵੀਨਾ ਜੀ, ਮੈਂ ਜੋਗਿੰਦਰ ਬਾਸੀ ਬੋਲ ਰਿਹਾ। ਤੁਹਾਡੀ ਕਾਲ ਆਈ ਹੈ, ਮੈਂ ਇਸ ਨੂੰ ਔਨ ਦੀ 에ਅਰ ਕਰ ਰਿਹਾ ਔਰ ਮੈਂ ਪਰਮਿਸ਼ਨ ਲੈ ਰਿਹਾ ਬਿਕੋਜ਼ ਯੂ ਕਾਲਡ ਮੀ ਜਸਟ ਨਾਓ। ਤੁਹਾਡਾ ਨਾਮ ਰਵੀਨਾ ਆ? ਹਾਂਜੀ। ਓਕੇ, ਅਸੀਂ ਤੁਹਾਨੂੰ ਕਾਲ ਕੀਤੀ, ਤੁਸੀਂ ਸਾਡਾ ਫੋਨ ਹੈਂਗ ਅਪ ਕਰ ਚੁੱਕੇ ਹੋ। ਵਾਈ ਇਜ਼ ਦੈਟ? ਫਸਟ ਆਫ ਆਲ ਤੁਸੀਂ ਮੈਨੂੰ ਕਾਲ ਕੀਤੀ, ਆਈ ਵਾਸ ਐਟ ਵਰਕ, ਰਾਈਟ? fine. I picked your call, now I got a time, so that's why I'm calling you. Okay, thank you so much. ਦੱਸੋ ਜੀ ਕੀ ਗੱਲ ਹੈਗੀ ਆ? Okay, Ravina ji, make sure that your behavior is not acceptable the way you're talking to me. I'm older than your dad. Hold on, stop it, please. You are making my life public. This is also not acceptable. Okay, For then. your kind information, if somebody approaches you about the thing that I have done, You something just wrong and watch. blah, blah, Excuse blah, me. Excuse it me. is your duty. Hold on. I appreciate Hold that. your horse Why one are second. you calling me? I hang up your call. You don't have any authority or You- telling me do I need to pick your call or not. Okay, excuse you me. don't have any authority to tell me. I am at work right now. I Okay. get a chance. That's why I call you back. Okay, Now, but ਦੱਸੋ ਜੀ ਤੁਸੀਂ ਕੀ hold on, ਕਰਨਾ? one second. Hold on. Watch your language, okay? You're talking to me. You must watch your behavior. You have very big mouth. You should know how to talk to the host. Ms. Sidhu already talked to you. And watch your behavior. You should let us know कि काम ते ऐसे watch call कीता है. You must watch behavior. Don't treat like Ashish or somebody else. I'm running my business last 40 years. You must have manners. Ashish ji, ਤੁਹਾਡੀ ਵਾਈਫ ਦੀ ਆਵਾਜ਼ ਆਇਆ। ਓਕੇ, ਤੁਸੀਂ ਰਵੀਨਾ ਜੀ ਕਹਿਣਾ ਕੀ ਚਾਹੁੰਦੇ ਹੋ ਕਿ ਤੁਹਾਡਾ ਹਸਬੰਡ ਤੁਹਾਡੇ ਤੇ ਐਲੀਗੇਸ਼ਨ ਲਾ ਰਿਹਾ ਹੈ ਕਿ ਤੁਸੀਂ ਉਹਨੂੰ ਸਪਾਂਸਰ ਕਰਨ ਤੋਂ ਜਵਾਬ ਦਿੱਤਾ? ਕੀ ਤੁਹਾਨੂੰ ਪਰੇਸ਼ਾਨ ਕਰ ਰਿਹਾ? ਕੀ ਤੁਹਾਨੂੰ ਥ੍ਰੈਟ ਕਰ ਰਿਹਾ? ਤੁਹਾਡਾ ਜਵਾਬ ਦੇਣ ਦਾ ਕਾਰਨ ਕੀ ਹੈ ਰਵੀਨਾ ਜੀ? ਸੁਣ ਲਓ ਜੀ ਫਿਰ ਮੇਰੀ ਗੱਲ, ਜੇ ਹੁਣ ਤੁਸੀਂ ਫੋਨ ਲਾਇਆ ਹੀ ਹੈ ਤਾਂ ਫਿਰ ਹੁਣ ਸੁਣ ਹੀ ਲਓ। 2 ਮਿੰਟ ਮੈਂ ਵੀ ਸਾਈਡ ਤੇ ਹੋ ਕੇ ਤੁਹਾਨੂੰ ਸੁਣਾਈ ਦਵਾਂ, ਬਿਕਾਜ਼ ਇਫ ਯੂ ਵਾਂਟਸ ਟੂ ਮੇਕ ਇਟ ਪਬਲਿਕ, ਮੈਂ ਗਲਤ ਨਹੀਂ ਹੈਗੀ, ਇਸ ਕਰਕੇ ਮੈਂ ਟਲਾਂਗੀ ਨਹੀਂ। ਫਸਟ ਆਫ ਆਲ ਫਸਟ ਸਮੈਸਟਰ ਬਾਅਦ ਮੈਂ ਇਹਨੂੰ ਡਾਕੂਮੈਂਟਸ ਭੇਜੇ ਸੀ ਬੰਦੇ ਨੂੰ। ਇਸ ਬੰਦੇ ਨੇ ਕਿਹਾ ਸੀ ਕਿ ਭਾਈ ਮੇਰੀ ਗੱਲ ਸੁਣ ਜੀ, ਕੋਵਿਡ ਹੈਗਾ ਵਾ, ਮੈਂ ਨਹੀਂ ਆ ਸਕਦਾ। ਫੈਬਰਰੀ 19 ਅਗਸਤ ਦੇ ਵਿੱਚ ਮੈਂ ਆਈ ਇੱਥੇ 2019 ਚ 20 ਦੇ ਵਿੱਚ ਇਹਨੂੰ ਮੈਂ ਡਾਕੂਮੈਂਟਸ ਭੇਜ ਦਿੱਤੇ ਆ। ਇਸ ਬੰਦੇ ਨੇ ਡਿਨਾਈ ਕੀਤਾ, ਇਹ ਕਹਿੰਦਾ ਕਿ ਕੋਵਿਡ ਹੈ, ਮੇਰਾ ਏਜੰਟ ਕਹਿੰਦਾ ਫਾਈਨ ਨਹੀਂ ਲਗਾਣੀ। ਦੈਨ ਸੇਮ ਫੈਬਰਰੀ ਚ ਡਾਕੂਮੈਂਟ ਭੇਜੇ, ਅਪ੍ਰੈਲ ਦੇ ਵਿੱਚ ਮੇਰੇ ਮੰਮੀ ਦੀ ਡੈਥ ਹੋ ਗਈ ਡਿਊ ਟੂ ਹਾਰਟ ਅਟੈਕ। Very sorry for that. I'm sorry for that. ਠੀਕ ਹੈ, ਮੈਂ ਇੰਡੀਆ ਨਹੀਂ ਜਾ ਪਾਈ ਡਿਊ ਟੂ ਕੋਵਿਡ ਕਿਉਂਕਿ ਫਲਾਈਟਸ ਬੰਦ ਸੀ। ਇਸ ਬੰਦੇ ਦੇ ਤੇ ਇਸ ਬੰਦੇ ਦੀ ਫੈਮਿਲੀ ਨੇ ਕੋਈ ਬੋਦਰ ਨਹੀਂ ਕੀਤਾ ਕਿ ਇੱਕ ਬੰਦਾ ਅਫਸੋਸ ਕਰਦੇ ਮੈਨੂੰ ਫੋਨ ਕਰਕੇ, ਜਾਂ ਫਿਰ ਮੈਨੂੰ ਕੋਈ ਬੰਦਾ ਇੱਕ ਹਮਦਰਦੀ ਦੇ ਜਿਸ ਟਾਈਮ ਮੈਨੂੰ ਇਹਦੀ ਸਭ ਤੋਂ ਜ਼ਿਆਦਾ ਲੋੜ ਸੀ। ਇਸ ਬੰਦੇ ਨੇ ਮੈਨੂੰ ਹੱਥ ਨਹੀਂ ਫੜਾਇਆ ਉਦੋਂ। ਦੈਨ ਮੇਰਾ ਪੂਰਾ ਸਰ ਮੈਂ ਹਰ ਟਾਈਮ ਮੈਂ ਨਾਲ ਰਿਹਾ ਹਾਂ ਸਰ, ਬਟ ਮੇਰੇ ਕੋ ਨਾउ ਇਹ ਭੁੱਲ ਗਈ ਹੋਈ ਹੈ ਸਾਰਾ। Hold on, stop it, please. Ashish must stop your nonsense. Ashish, you can't speak at all now. Let me speak to her because she have a right to talk. ठीक है सर, ठीक। Yeah, and you must do contact, okay? Sorry, Ravina ji, go ahead, please. ਤੇ ਮੇਰੇ ਮੰਮਾ ਦੀ ਡੈਥ ਹੋ ਗਈ, ਮੇਰੇ ਕੋ ਕੋਈ ਮੈਨੂੰ ਕੋਈ ਇਹਦੀ ਘਰ ਦਿਆ ਤੋਂ ਇਹਦੇ ਤੋਂ ਕੋਈ ਸਿੰਪੈਥੀ ਕਾਲ ਨਹੀਂ ਹੈ। ਮੇਰੇ ਘਰ ਹੀ ਰਹਿੰਦਾ ਸੀ ਮੇਰੇ ਆਉਣ ਤੋਂ ਬਾਅਦ, ਕਿਉਂਕਿ ਅਸੀਂ ਸੈਪਰੇਟ ਹੋ ਗਏ ਸੀ, ਅਸੀਂ ਕਿਰਾਏ ਦੇ ਘਰ ਤੇ ਰਹਿੰਦੇ ਸੀ। ਇਸ ਬੰਦੇ ਕੋ ਰੈਂਟ ਤੱਕ ਨਹੀਂ ਸੀ ਭਰਿਆ ਗਿਆ। ਮੈਂ ਇੱਥੋਂ ਦੇ ਪੈਸੇ ਭੇਜੇ, ਮੇਰੇ ਮੰਮਾ ਤੇ ਮੇਰਾ ਭਰਾ ਗਿਆ ਇਹਨੂੰ ਰੈਂਟ ਦੇ ਘਰ ਤੋਂ ਛਡਾ ਕੇ ਮੇਰੇ ਘਰ ਲੈ ਕੇ ਆਏ ਰਹਿਣ ਵਾਸਤੇ। ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਮੇਰੇ ਮੰਮਾ ਦੀ ਡੈਥ ਹੋਈ, ਇਹਨਾਂ ਨੇ ਮੈਨੂੰ ਕੋਈ ਕੰਟੈਕਟ ਨਹੀਂ ਕੀਤਾ, ਇਹਨਾਂ ਨੇ ਮੇਰੇ ਨਾਲ ਕੋਈ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ। ਮੇਰਾ ਪੂਰਾ ਸਮਰ ਬਰਬਾਦ ਗਿਆ। ਮੈਂ ਪੈਸੇ ਇਕੱਠੇ ਕਰਕੇ ਨਾ ਉਹ ਕਰਨਾ ਸੀ, ਆਪਣਾ ਫੀਸ ਪੇ ਕਰਨੀ ਸੀ ਮੈਂ ਆਪਣੀ, ਲੇਕਿਨ ਮੇਰੇ ਕੋ ਕੋਈ ਚਾਰਾ ਨਹੀਂ ਸੀ ਹੈਗਾ।
ਫਿਰ ਉਸ ਤੋਂ ਬਾਅਦ ਇਸ ਬੰਦੇ ਨੇ ਮੇਰੇ ਇੱਥੇ ਫਰੈਂਡਸ ਨੂੰ ਕਾਲ ਲਗਾਣੀ ਸ਼ੁਰੂ ਕਰਤੀ, ਤੁਸੀਂ ਰੁਬੀਨਾ ਦੀ ਫੀਸ ਪੇ ਕਰ ਦੋਗੇ, ਤੁਸੀਂ ਰੁਬੀਨਾ ਦੀ ਫੀਸ ਪੇ ਕਰ ਦੋਗੇ। ਓਏ ਉਹ ਬੰਦੇ ਮੈਨੂੰ ਪੁੱਛਦੇ ਰੁਬੀਨਾ ਤੇਰਾ ਘਰ ਵਾਲਾ ਸਾਨੂੰ ਕਹਿੰਦਾ ਤੇਰੀ ਫੀਸ ਪੇ ਕਰਨ ਨੂੰ, ਵਾਟ ਹੈਪਨਡ। ਫਿਰ ਮੈਂ ਦੱਸਿਆ ਕਿ ਭਾਈ ਏਦਾਂ ਮੇਰੇ ਕੋਲ ਸਮਝ ਨਹੀਂ ਲੱਗ ਰਿਹਾ, ਲੇਕਿਨ ਜਿੱਦਾਂ ਚੀਜ਼ਾਂ ਕਰਕੇ ਮੈਂ ਆਪਣੀ ਫੀਸ ਪੇ ਕੀਤੀ। ਜਿਸ ਦਿਨ ਮੇਰੀ ਫੀਸ ਪੇ ਹੋਣੀ ਨਾ 7 ਸਤੰਬਰ ਨੂੰ 7 ਅਗਸਤ ਨੂੰ ਇਸ ਬੰਦੇ ਨੇ ਮੇਰਾ ਫੋਨ ਨਹੀਂ ਚੱਕਿਆ ਕੰਸੈਕਟਿਵ 4 ਮੰਥ। ਉਸ ਤੋਂ ਬਾਅਦ ਫਿਰ ਇਸ ਬੰਦੇ ਨੇ ਕੀ ਕੀਤਾ, ਮੈਨੂੰ ਫੋਨ ਕੀਤਾ। ਉਸ ਤੋਂ 2 ਮਹੀਨੇ ਬਾਅਦ ਮੇਰੀ ਫੀਸ ਪੇ ਹੋਣ ਤੋਂ ਬਾਅਦ ਮੈਨੂੰ ਡਾਕੂਮੈਂਟ ਭੇਜ ਦੇ। ਯਾਰ ਜਦ ਤੈਨੂੰ ਮੇਰੇ ਨਾਲ ਲੈਣਾ ਦੇਣਾ ਨਹੀਂ, ਤੈਨੂੰ ਮੇਰੇ ਮਰੇ ਜੀ ਦਾ ਨਹੀਂ ਪਤਾ, ਤੈਨੂੰ ਇਹ ਨਹੀਂ ਪਤਾ ਅਗਲੇ ਦੀ ਮਾਂ ਮਰੀ, ਤੂੰ ਕੋਈ ਅਫਸੋਸ ਨਹੀਂ ਕਰ ਸਕਦਾ, ਤੇਰੇ ਘਰ ਦੇ ਮੈਨੂੰ ਹਮਦਰਦੀ ਨਹੀਂ ਦੇ ਸਕਦੇ, ਤੂੰ ਫਿਰ ਮੇਰੇ ਤੋਂ ਡਾਕੂਮੈਂਟ ਮੰਗ ਰਿਹਾ। ਫਿਰ ਵੀ ਮੈਂ ਕੀ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ ਆਸ਼ੀਸ਼, ਕੋਈ ਨਹੀਂ, ਮੈਂ ਤੈਨੂੰ ਡਾਕੂਮੈਂਟ ਜ਼ਰੂਰ ਭੇਜਾਂਗੀ, ਮੈਨੂੰ ਵਰਕ ਪਰਮਿਟ ਤੇ ਆ ਲੈਂਦੇ, ਹਜੇ ਕੋਵਿਡ ਚੱਲ ਰਿਹਾ। ਦੈਨ ਮੈਂ ਇਹਨੂੰ ਬੰਦੇ ਨੂੰ, ਜਿੱਦਾਂ ਮੇਰਾ ਲਾਸਟ ਸਮੈਸਟਰ ਸੀ, ਕੋਵਿਡ ਉਦੋਂ ਖੁੱਲਿਆ, ਤੁਹਾਨੂੰ ਸਾਰਿਆਂ ਨੂੰ ਪਤਾ ਪਿਛਲੇ ਸਾਲ ਮਈ ਦੇ ਵਿੱਚ। ਮੈਂ ਉਸ ਤੋਂ ਬਾਅਦ ਇੱਥੇ ਇੱਕ ਟੀਆਰ ਟੂ ਪੀਆਰ ਪਾਲਿਸੀ ਆਈ ਹੈ। ਇਸ ਬੰਦੇ ਨੂੰ ਮੈਂ ਕਿਹਾ ਕਿ ਆਸ਼ੀਸ਼ ਟੀਆਰ ਟੂ ਪੀਆਰ ਪਾਲਿਸੀ ਆਈ ਹੈ, ਆਈ ਐਮ ਐਲੀਜੀਬਲ ਫॉर दैट, ਤੂੰ ਮੈਨੂੰ ਆਪਣੇ ਡਾਕੂਮੈਂਟਸ ਭੇਜ, ਮੈਂ ਤੈਨੂੰ ਪੀਆਰ ਕਰਵਾਉਣੀ ਹੈ। ਵਟ ਹੀ ਸੈਡ, ਡੂ ਯੂ ਵਾਂਟ ਟੂ ਨੋ दैट? ਹੀ ਸੈਡ ਤੂੰ ਮੇਰੇ 2 ਸਾਲ ਬਰਬਾਦ ਕੀਤੇ, ਮੈਂ ਤੇਰਾ ਕਰੀਅਰ ਬਰਬਾਦ ਕਰਾਂਗਾ। ਜੇ ਤੂੰ ਮੈਨੂੰ ਬੁਲਾਉਣਾ ਚਾਹੁੰਦੀ ਹੈ ਤਾਂ ਮੈਨੂੰ ਵਰਕ ਪਰਮਿਟ ਤੇ ਬੁਲਾ, ਅਦਰਵਾਈਜ਼ ਮੈਂ ਨਹੀਂ ਆਣਾ। ਹੀ ਇਜ਼ ਅ ਬਿਗ ਸ਼ਿਟ। ਜਿਸ ਬੰਦੇ ਨੂੰ ਆ ਨਹੀਂ ਪਤਾ ਕਿ ਵਰਕ ਪਰਮਿਟ ਤੇ ਪੀਆਰ ਦੇ ਵਿੱਚ ਡਿਫਰੈਂਸ ਕੀ ਹੈ। ਜੇ ਅਗਲੀ ਕੁੜੀ ਤੈਨੂੰ ਪੀਆਰ ਬੁਲਾਉਣੀ ਪਈ ਤੇ ਤੂੰ ਅਗਲੀ ਨੂੰ ਕਹਿਣਾ ਪਿਆ ਮੈਂ ਤੇ ਵਰਕ ਤੇ ਆਣਾ, ਮੈਨੂੰ ਪੀਆਰ ਨਹੀਂ ਚਾਹੀਦੀ। ਇਹਦੇ ਕਰਕੇ ਮੈਂ ਐਲੀਜੀਬਲ ਸੀ, ਮੇਰੀ ਪੀਆਰ ਗਈ ਹੱਥੋਂ। ਮੈਨੂੰ ਸਾਰਿਆਂ ਨੇ ਕਿਹਾ ਕਿ ਇਟਸ ਓਕੇ, ਇਹਨੂੰ ਡਿਵੋਰਸ ਦੇ ਦੇ, ਤੂੰ ਕੱਲੀ ਪੀਆਰ ਲਾ ਲੈ। ਮੈਂ ਕਿਹਾ ਨਹੀਂ, ਮੈਂ ਹਜੇ ਇਹਦਾ ਮੂੰਹ ਵੇਖਦੀ ਪਈ ਆ, ਕਿਉਂਕਿ ਰਿਸ਼ਤੇ ਏਦਾਂ ਨਹੀਂ ਟੁੱਟਦੇ। ਇਸ ਬੰਦੇ ਨੇ ਮੈਨੂੰ ਮੈਂਟਲੀ ਟੌਰਚਰ ਕੀਤਾ ਇੰਨਾ ਜ਼ਿਆਦਾ। ਮੇਰੀ ਲਾਇਰ ਦੇ ਨਾਲ ਇਹਦੀ ਮੈਂ ਗੱਲ ਕਰਵਾਈ ਫੋਨ ਦੇ ਉੱਤੇ, ਉਹਨੇ ਇਹਨੂੰ ਸਮਝਾਇਆ ਕਿ ਆਸ਼ੀਸ਼ ਸ਼ੀ ਇਜ਼ ਐਲੀਜੀਬਲ ਫॉर ਟੀਆਰ ਟੂ ਪੀਆਰ ਪਾਲਿਸੀ, ਤੂੰ ਆਪਣੇ ਡਾਕੂਮੈਂਟਸ ਭੇਜ। ਇਹਨੇ ਉਸ ਮੈਡਮ ਦੇ ਨਾਲ ਇੰਨੀ ਬੇਰੁਖੀ ਨਾਲ, ਇੰਨੀ ਬਦਤਮੀਜ਼ੀ ਨਾਲ ਗੱਲ ਕੀਤੀ। ਸ਼ੀ ਇਜ਼ ਦ ਵਿਟਨੈਸ। ਮੈਂ ਇਹਨੂੰ ਬੁਲਾਉਣ ਲਈ ਕਿੰਨੇ ਪਾਪੜ ਵੇਲੇ, ਇਹਦੇ ਚਾਚਾ ਹੀ ਰਹਿੰਦੇ ਇੱਥੇ, ਉਹਨਾਂ ਨੇ ਇੰਨੇ ਤਰਲੇ ਪਾਏ ਕਿ ਪੀਆਰ ਕਰਵਾ ਲੇ। ਲਿਸਨ ਟੂ ਮੀ, ਇੰਨੇ ਇੰਡੀਆ ਦੇ ਵਿੱਚ ਆਪਣੀ ਸਿਸਟਰ ਭੇਜੀ, ਮੇਰੇ ਪਾਪਾ ਨੂੰ ਕਿਹਾ ਇਹਨੂੰ ਕਿ ਬੰਦੇ ਨੂੰ ਕਿ ਪੀਆਰ ਕਰਵਾ ਲੈ। ਬੰਦਾ ਗੋਨਨ ਪਤਾ ਕੀ ਕਹਿੰਦਾ, ਇਹਨੇ ਮੇਰੇ 2 ਸਾਲ ਬਰਬਾਦ ਕੀਤੇ, ਮੈਂ ਇਹਦੀ ਜ਼ਿੰਦਗੀ ਬਰਬਾਦ ਕਰਨੀ ਹੈ। ਫਿਰ ਉਸ ਤੋਂ ਬਾਅਦ ਇਸ ਬੰਦੇ ਨੇ ਜਾ ਕੇ ਪਤਾ ਨਹੀਂ ਲੋਕਾਂ ਨੂੰ ਕੀ ਕਿਹਾ ਕਿ ਇਹ ਤੇ ਏਦਾਂ ਕਰਦੀ ਰਵੀਨਾ ਡੋਂਟ ਕਰਾਈ ਪਲੀਜ਼, ਰਵੀਨਾ ਡੋਂਟ ਕਰਾਈ ਪਲੀਜ਼। ਰਾਈਟ ਨਾਓ ਇਸ ਸ਼ਿਟ ਉੱਤੇ ਉਤਰ ਆਇਆ ਕਿ ਇਹਨੇ ਮੈਨੂੰ ਇਸ ਟਾਈਮ ਪਬਲਿਕ ਕੀਤਾ, ਐਂਡ ਹੀ ਨੋਜ਼ ਵੈਰੀ ਵੈਲ ਆਈ ਬਿਲੀਵ ਇਨ ਗॉड। ਇਹਨੂੰ ਨਹੀਂ ਕਰਨੀ ਨਾ। ਰਵੀਨਾ ਲਿਸਨ ਟੂ ਮੀ, ਯੂ ਆਰ ਟ੍ਰਾਈਂਗ ਟੂ ਬੀ very innocent in front of everybody. Okay, Ravina ji, listen to me now. Ravina ji, hold on 1 second, hold on. First of all, ਤੁਸੀਂ ਮੇਰੀ ਧੀ ਹੋ, I respect you, or don't be get mad. 1 second, hold on. Can you hold 1 second? ਕੁੜੀ ਕੀ ਚੀਜ਼ ਤੋਂ ਗੁਜ਼ਰ ਰਹੀ ਹੈ, can you hold 1 second please? Okay, ਕਿੰਨਾ ਫੇ ਮੈਨੂੰ ਪੜਿਆ। Okay, Ravina ji, hold. ਕੁੜੀ ਏਦਾਂ ਮੈਂ ਨਹੀਂ ਬੁਲਾਇਆ ਇਹਨੂੰ, ਇਹਨੇ ਮਨਾ ਕੀਤਾ। Okay, Ravina ji, hold on, don't worry, Ravina ji, we are with you, no problem. 1 second, Ravina ji, hold on, don't cry please. We have something. First of all, we are very sorry that you lost your mom. Very sorry for that. Don't cry, beta. Don't cry. पता मेरे पापा दिमाग में पेशेंट है, वो आईसीयू से रह Don't worry. दिमाग के ब्लड क्लॉट है। We will be look after. We will be look after. Don't worry about it. कोई गल है, मेरा करे ना। ਇਹ ਕੀ ਮਤਲਬ ਹੋਇਆ? ਜੇਕਰ ਮੈਨੂੰ ਡਿਵੋਰਸ ਪੇਪਰ ਭੇਜੇ ਇਸ ਬੰਦੇ ਨਾਲ ਰਹਿਣ ਦਾ ਕੀ ਫਾਇਦਾ ਜਿਹੜਾ ਤੁਹਾਡੀ ਮਾਂ ਦੇ ਮਰਨ ਬਾਅਦ ਤੁਹਾਨੂੰ? Okay, Ravina ji, can you give me 1 minute please now? Please 1 minute. Please Ravina ji. Please 1 second. Please quiet and listen to me. First of all, we don't know what was the time that. What is done cannot be undone. So just quiet. Please, I'm sorry that कि ਤੁਹਾਡੇ ਨਾਲ ਪ੍ਰੋਬਲਮ ਖੜੀ ਕੀਤੀ ਹੈ। ਆਸ਼ੀਸ਼, you told me कि why you give hard time to your wife? You should understand ਕਿ ਤੁਹਾਡੀ ਮਦਰ ਦੀ ਡੈਥ ਹੋਈ ਆ, ਉਹ ਵੀ ਤੁਹਾਡੀ ਮਦਰ ਹੈ। ਤੁਸੀਂ ਹੁਣ ਸਮਝਦੇ ਸਰ, ਮੈਂ ਉੱਥੇ ਰਿਹਾ ਵਾਂ ਮਹੀਨਾ 1.5 ਮਹੀਨਾ ਮੈਂ ਸਰ ਉੱਥੇ ਰਿਹਾ। ਨੋ, ਤੁਸੀਂ ਆਪਣੀ ਮਦਰ ਸਿਰਫ ਇਹਦੇ ਕਹਿਣ ਤੇ ਜਿਹੜੀ ਤੁਹਾਡੀ ਮਦਰ, ਹੋਲਡ ਔਨ, ਲਿਸਨ ਟੂ ਮੀ, ਹੋਲਡ ਔਨ, ਸਟਾਪ ਯੂਰ ਨੌਨਸੈਂਸ। ਹਾਂਜੀ, ਤੁਹਾਡੀ ਮਦਰ ਨਾਲ ਸ਼ੀ ਇਜ਼ ਯੂਰ ਮਦਰ, ਤੁਹਾਡੀ ਵਾਈਫ ਦੀ ਜਿਹੜੀ ਮਦਰ ਹੈ ਤੁਹਾਡੀ ਮਦਰ ਹੈ। ਯੂ ਸ਼ੁਡ ਪੇ ਰਿਸਪੈਕਟ। ਤੁਹਾਡੀ ਵਾਈਫ ਨੂੰ ਤੁਹਾਨੂੰ ਸੁਣਨਾ ਚਾਹੀਦਾ ਸੀਗਾ। ਸੋ ਤੁਸੀਂ ਆਪਣੇ ਮੁਤਾਬਕ ਸਪਾਂਸਰ ਹੋਣਾ ਚਾਹੁੰਦੇ ਹੋ, ਵਾਈ ਇਜ਼ ਦੈਟ? ਯੂ ਸ਼ੁਡ ਮਸਟ ਲਿਸਨ ਟੂ ਯੂਰ ਵਾਈਫ ਐਂਡ ਸ਼ੀ ਟੋਲਡ ਯੂ ਕਿ ਆ ਸਿਸਟਮ ਹੈ, ਮੈਂ ਸਪਾਂਸਰ ਕਰਨ ਲੱਗੀ ਆ, ਯੂ ਸ਼ੁਡ ਫੋਲੋ ਹਰ। ਤੂੰ ਫੋਲੋ ਕਿਉਂ ਨਹੀਂ ਕੀਤਾ ਆਪਣੀ ਵਾਈਫ ਨੂੰ? ਪਹਿਲੇ ਉਹਨੇ ਮੈਨੂੰ, ਮੇਰੀ ਗੱਲ ਸੁਣੋ ਸਰ, ਪਹਿਲੇ ਰੁਬੀਨਾ ਨੇ ਮੈਨੂੰ ਇਹ ਚੀਜ਼ ਕਹਿ ਦਿੱਤੀ ਕਿ ਮੈਂ ਇੱਥੇ ਲਿਵਿੰਗ ਵਿੱਚ ਰਹਿ ਰਹੀ ਹਾਂ, ਮੈਨੂੰ ਇੰਨੀ ਇਹ ਗੱਲ ਕਹਿ ਦਿੱਤੀ ਹੈ। ਕਿਹਨੇ ਕਹਿ ਦਿੱਤੀ ਹੈ? ਬੜਾ ਹੋਰ ਕੁਝ ਕਿਹਾ। ਹਾਂਜੀ, ਤੁਹਾਡੀ ਵਾਈਫ ਨੇ ਸਾਫ਼ ਸਪਸ਼ਟ ਕਿਹਾ ਹੈ ਕਿ ਮੇਰੀ ਮਦਰ ਦੀ ਡੈਥ ਦੇ ਉੱਪਰ ਤੈਨੂੰ ਉਹਨਾਂ ਨੂੰ ਮੋਰਲ ਸਪੋਰਟ ਦੇਣੀ ਚਾਹੀਦੀ ਸੀ। ਤੂੰ ਇਨਸਟੈਡ ਆਫ ਮੋਰਲ ਸਪੋਰਟ ਦੇਣ ਦੀ ਬਜਾਏ ਯੂ ਗਿਵ ਹਰ ਟਾਈਮ। ਸਰ ਮੈਂ
ਗੱਲਬਾਤ ਕਰਦਾ ਰਿਹਾ ਸਰ, ਮੈਂ ਝੂਠ ਨਹੀਂ ਬੋਲਦਾ ਪਿਆ। ਇਗਨੋਰ ਸਰ ਇਹਨੇ ਕਰਨਾ ਮੈਨੂੰ ਸ਼ੁਰੂ No, ਕੀਤਾ। no, no, no. Stop the nonsense. This is not right. She's right woman. ਜਿਹੜੀ ਮਦਰ ਦੀ ਡੈਥ ਹੋਈ ਹੈ, ਜਿਹੜੀ ਮਦਰ ਲਾ ਉਹਦੀ ਹੈ, ਤੇਰੀ ਮਦਰ ਹੈ, you should pay respect. ਜੋ ਮੈਕਸਿਮਮ ਜੇ ਕਾਲ ਕਰਦਾ ਤੂੰ ਸਰ, ਸਹਿਮਤੀ ਬਨ ਕਰਦਾ। ਮੈਂ ਕਰਦਾ ਰਿਹਾ ਹਾਂ ਸਰ, Hold on. ਕਰਦਾ ਪਿਆਗਾ ਮੈਂ। Listen to me. ਹੈਲੋ ਜਦ ਤੁਹਾਡੀ ਵਾਈਫ ਨੇ ਕਿਹਾ ਆ ਕਿ ਮੈਂ ਇਸ ਕੈਟਾਗਰੀ ਦੇ ਵਿੱਚ ਪੱਕੀ ਹੋ ਸਕਦੀ ਹਾਂ, ਉਹਨੇ ਫੇਰ ਵੀ ਰਿਫਿਊਜ਼ ਕੀਤਾ, ਉਹਨੇ ਇਮੀਗ੍ਰੇਸ਼ਨ ਲਈ ਬਿਕੋਜ਼ ਆਫ ਯੂ। ਉਹਨੇ ਉਸ ਕੈਟਾਗਰੀ ਵਿੱਚ ਅਪਲਾਈ ਕਰਕੇ ਉਹਨੇ ਇਮੀਗ੍ਰੇਸ਼ਨ ਲੈ ਲੈਣੀ ਸੀਗੀ, ਉਹਨੇ ਨਹੀਂ ਲਈ ਬਿਕੋਜ਼ ਆਫ ਯੂ ਕਿ ਤੁਹਾਡੀ ਤੇ ਡਿਮਾਂਡ ਕੁਝ ਹੋਰ ਸੀ। ਤੂੰ ਆਪਣੀ ਵਾਈਫ ਨੂੰ ਫੋਲੋ ਨਹੀਂ ਕੀਤਾ, ਤੂੰ ਸਰ, ਕੋਈ ਆਪਣੇ ਮੇਰੀ ਡਿਮਾਂਡ ਨਹੀਂ ਗਈ ਸੀ। ਆਪ ਤੁਸੀਂ ਆਪਣੇ ਆਪ ਚਾਹੁੰਦੇ ਤੁਹਾਡੇ ਰਬੀਨਾ ਜੀ ਪੀਆਰ ਵਾਲੀ ਗੱਲ ਤੇ ਤੁਹਾਡੀ ਮਦਰ ਵਾਲੇ ਇਨਸੀਡੈਂਟ ਲਈ ਪਹਿਲਾਂ ਬਹੁਤ ਸੌਰੀ ਮੰਗਦੇ ਆ ਤੁਹਾਡੇ ਤੋਂ। ਪੀਆਰ ਵਾਲੀ ਗੱਲ ਨੂੰ ਛੱਡਦੇ ਹੋਏ ਤੁਸੀਂ ਇਹਨਾਂ ਨੂੰ ਫਿਰ ਇਹ ਕਿਉਂ ਕਿਹਾ ਕਿ ਤੁਸੀਂ ਲਿਵ ਇਨ ਦੇ ਵਿੱਚ ਰਹਿੰਦੇ ਹੋ ਜਾਂ ਕੋਈ ਗੱਲ? ਨਹੀਂ ਸਰ, ਮੈਂ ਸਰ, ਇਹ ਜਦੋਂ ਕਿਉਂਕਿ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ, ਤੁਸੀਂ ਜਾਂ ਤੁਹਾਡੇ ਫਾਦਰ ਸਾਹਿਬ ਕਹਿ ਰਹੇ ਨੇ ਹਨਾ, ਉਹ ਤੁਸੀਂ ਇਹ ਮੰਨ ਰਹੇ ਹੋ ਕਿ ਉਹ ਗੱਲਾਂ ਸਾਰੀਆਂ ਮੰਨ ਲਈਆਂ ਜਾਣ, ਪਰ ਜਿਹੜੀਆਂ ਗੱਲਾਂ ਮੁੰਡਾ ਕਹਿ ਰਿਹਾ ਉਹ ਗੱਲਾਂ ਨਾ ਮੰਨੀਆਂ ਜਾਣ। ਇਸ ਤਰ੍ਹਾਂ ਦਾ ਕੋਈ ਪੈਮਾਨਾ ਨਹੀਂ ਹੋ ਸਕਦਾ। ਬਾਕੀ ਜਿਹੜੀ ਕੈਟਾਗਰੀ ਦੇ ਤਹਿਤ ਤੁਹਾਨੂੰ ਪੀਆਰ ਮਿਲਣੀ ਸੀ ਜਾਂ ਕੁਝ ਵੀ ਸੀ, ਤੁਸੀਂ ਪਹਿਲਾਂ ਤਾਂ ਲਵ ਮੈਰਿਜ ਕਰਾਈ, ਉਦੋਂ ਤੁਹਾਨੂੰ ਮਾਪੇ ਨਹੀਂ ਵਧੀਆ ਲੱਗਦੇ ਸੀ, ਫਿਰ ਮਾਪਿਆਂ ਨੇ ਫਿਰ ਸਬਰ ਦਾ ਘੁੱਟ ਪੀਤਾ, ਥੋੜੀ ਲਵ ਮੈਰਿਜ ਵੀ ਕਰਵਾਤੀ, ਫਿਰ ਤੁਸੀਂ ਉਦੋਂ ਮੁੰਡਾ ਚੂਜ਼ ਕੀਤਾ, ਫਿਰ ਮੁੰਡਾ ਛੱਡ ਕੇ ਮਾਪੇ ਚੂਜ਼ ਕਰ ਲਏ, ਫਿਰ ਮੁੰਡਾ ਕਿੱਧਰ ਗਿਆ? ਮੁੰਡਾ ਤੁਹਾਨੂੰ ਲੱਗਦਾ ਨਹੀਂ ਮੁੰਡਾ ਯੂਜ਼ ਹੋ ਗਿਆ? ਅੱਜ ਕੱਲ ਕੇਸ ਬਹੁਤ ਦਰਜ ਹੁੰਦੇ ਆ ਕਿ ਕੁੜੀਆਂ ਨੂੰ ਯੂਜ਼ ਕੀਤਾ ਤੇ ਐਵੇਂ ਫਲਾਣਾ ਧਮਕਾਣਾ। ਪਰ ਅੱਜ ਦੀ ਡੇਟ ਦੇ ਵਿੱਚ ਮੈਨੂੰ ਬਸ ਐਂ ਲੱਗਦਾ ਮੁੰਡੇ ਬੜੇ ਯੂਜ਼ ਹੋ ਰਹੇ ਆ। ਮੁੰਡਿਆਂ ਦਾ ਵੀ ਕੋਈ ਨਾ ਕੋਈ ਮਾਦਾ ਹੁੰਦਾ, ਮੁੰਡਿਆਂ ਨੂੰ 6 ਮਹੀਨੇ ਸਾਲ ਸੈਕਸ਼ੂਅਲੀ ਜਾਂ ਫਾਈਨੈਂਸ਼ੀਅਲੀ ਜਾਂ ਕਿਵੇਂ ਵੀ ਇਮੋਸ਼ਨਲੀ ਯੂਜ਼ ਕਰ ਲੈਣਾ, ਫਿਰ ਉਹਨਾਂ ਨੂੰ ਯੂਜ਼ ਐਂਡ ਥਰੋ ਜਿੱਦਾਂ ਕਹਿ ਦਿੰਦੇ ਆ, ਸ਼ਬਦ ਤਾਂ ਹੋਰ ਹੁੰਦਾ ਪਰ ਮੈਂ ਯੂਜ਼ ਐਂਡ ਥਰੋ ਕਹੂੰਗਾ। ਜਦੋਂ ਇਹੋ ਜਿਹਾ ਕੁਝ ਹੋ ਜਾਂਦਾ, ਮੁੰਡਿਆਂ ਦੇ ਵੀ ਇਮੋਸ਼ਨਸ ਨੇ, ਮੁੰਡੇ ਵੀ ਕਦੇ ਬੋਲਣਾ ਚਾਹੁੰਦੇ ਨੇ, ਪਰ ਜਦੋਂ ਇਹੋ ਜਿਹੀ ਕੋਈ ਗੱਲ ਕਰਦੇ ਆ ਬਾਲਿਆਂ ਨੂੰ ਇਹ ਗੱਲ ਹਾਜ਼ਮ ਨਹੀਂ ਹੁੰਦੀ। ਜਿਹੜੇ ਮੁੰਡਿਆਂ ਨੂੰ ਯੂਜ਼ ਕਰਕੇ ਐਂ ਸਿੱਟਿਆ ਜਾਂਦਾ ਵੀ ਉਹ ਮੁੰਡੇ ਕਿੱਥੇ ਜਾਣ ਬਾਅਦ ਚੋਂ। ਐਂਡ ਮੇਰਾ ਕੁਐਸਚਨ ਹੈ ਆਪਣੇ ਰਵੀਨਾ ਜੀ, ਤੁਹਾਡੇ ਕੋਲੋਂ ਡਿਮਾਂਡ ਕੀਤੀ ਸੀ 10 ਲੱਖ ਰੁਪਈਆ ਮੈਨੂੰ ਦਿਓ ਸਪਾਂਸਰ ਕਰਨਾ? ਲਗਾ ਰਿਹਾ ਆਈ ਕਾਂਟ ਡੂ ਐਨੀਥਿੰਗ। ਜਿਸ ਬੰਦੇ ਨੇ, ਜਿਹੜਾ ਬੰਦਾ ਮੈਨੂੰ ਟਕੇ ਦੀ ਸਪੋਰਟ ਹੀ ਕਰ ਸਕਦਾ, ਜਿੰਨੀ ਦੇਰ ਮੈਨੂੰ ਪੈਸੇ ਭੇਜਦੀ ਰਹੀ ਰੂਬੀਨਾ ਵਾਸ ਰੀਅਲੀ ਗੁੱਡ। ਜਿੱਥੇ ਮੈਨੂੰ ਪੈਸੇ ਦੇਣੇ ਬੰਦ ਕੀਤੇ ਰੂਬੀਨਾ ਪਤਾ ਨਹੀਂ ਕੀ ਹੋ ਗਈ, ਇਹਨੂੰ ਪੁੱਛੋ। ਮੈਂ ਭੇਜਾਂ ਸਰ, ਮੈਨੂੰ ਕੋਈ ਇਹਨੇ ਪੈਸਾ ਰਬੀਨਾ ਜੀ, ਜਦੋਂ ਤੁਸੀਂ ਉਹਨੂੰ ਚੂਜ਼ ਕੀਤਾ ਸੀ, ਜਦੋਂ ਵਿਆਹ ਲਈ ਚੂਜ਼ ਕੀਤਾ ਸੀ, ਉਦੋਂ ਤੁਹਾਡਾ ਕੋਈ ਐਗਰੀਮੈਂਟ ਹੋਇਆ ਸੀ ਕਿ ਤੂੰ ਲਾਈਫ ਟਾਈਮ ਮੈਨੂੰ ਪੈਸੇ ਦੀ ਸਪੋਰਟ ਕਰਦੇ ਰਹਿਣਾ ਜਾਂ ਐਂ ਕਰਦਾ? ਉਦੋਂ ਤੁਸੀਂ ਘਰ ਦੇ ਛੱਡ ਕੇ ਉਹਨੂੰ ਚੁਣਿਆ, ਜਾਂ ਤਾਂ ਫਿਰ ਤੁਹਾਡਾ ਡਿਸੀਜਨ ਉਦੋਂ ਮਾੜਾ ਸੀ ਜਦੋਂ ਘਰਦਿਆਂ ਨੂੰ ਛੱਡ ਕੇ ਇਹਨੂੰ ਚੁਣਿਆ ਸੀ ਤੁਸੀਂ, ਹੈ ਨਾ? ਅੱਜ ਤੁਸੀਂ ਨਿੱਕੀ ਜੀ ਗੱਲ ਤੇ ਤੁਹਾਨੂੰ ਨਹੀਂ ਲੱਗਦਾ ਰਾਜੇ ਵੀ ਤੁਹਾਡੀ ਕਿਤੇ ਨਾ ਕਿਤੇ ਤੁਹਾਡਾ ਫੈਸਲਾ ਉਸ ਵੇਲੇ ਗਲਤ ਹੋਇਆ ਸੀ? ਆਪ ਦਵਾ ਮੈਨੂੰ ਨਹੀਂ ਪਤਾ, ਮੈਨੂੰ ਬਸ ਇੱਕ ਚੀਜ਼ ਸਰ, ਮੈਂ ਓਮਾਨ ਤੋਂ ਮੈਂ ਸਿਰਫ ਇਹਦੇ ਲਈ ਆਇਆ ਸੀ। ਸੁਣੋ, ਮੈਂ ਗਲਤ ਹੈਲੋ, ਘਰਦਿਆਂ ਨੂੰ ਵੀ ਪਤਾ, ਸਭ ਨੂੰ ਪਤਾ ਹੈਗਾ। ਹੈਲੋ, ਮੈਂ ਸਿਰਫ ਇਹਦੇ ਲਈ ਆਇਆ ਸੀ। ਦੈਟਸ ਮਾਈ ਪੁਆਇੰਟ। ਹੈਲੋ, ਮੈਂ ਨਹੀਂ ਤੁਹਾਨੂੰ ਸੁਣ ਸਕਦੀ ਕਿਉਂਕਿ ਤੁਸੀਂ ਇਹਦੀ ਸਾਈਡ ਲੈ ਰਹੇ ਹੋ। ਹੈਲੋ, ਸੀਰੀਅਸਲੀ ਮੈਂ ਕੀ ਯੂਜ਼ ਕੀਤਾ ਇਹਦਾ ਜੀ, ਮੈਨੂੰ ਦੱਸ ਸਕਦੇ ਹੋ ਤੁਸੀਂ? ਓਕੇ ਰਵੀਨਾ, ਕਮ ਟੂ ਦ ਪੁਆਇੰਟ। ਤੁਹਾਡਾ ਡਿਸੀਜਨ ਕੀ ਹੈ? ਆਪ ਤੁਹਾਡਾ ਡਿਸੀਜਨ, ਯੂ ਟਾਕਿੰਗ ਟੂ ਬਾਸੀ ਨਾਓ, ਐਂਡ ਬਾਈ ਦ ਵੇ ਰਵੀਨਾ ਜੀ, ਤੁਹਾਡਾ ਡਿਸੀਜਨ ਕੀ ਹੁਣ ਇਸ ਵੇਲੇ ਬੇਟਾ? ਯੂ ਟੈਲ ਮੀ ਯੂਰ ਡਿਸੀਜਨ, ਫਾਈਨਲ ਡਿਸੀਜਨ ਕੀ ਹੈ? ਫਾਈਨਲ ਡਿਸੀਜਨ ਹੈ ਮੈਂ ਇੱਥੋਂ ਕੈਨੇਡਾ ਤੋਂ ਡਿਵੋਰਸ ਫਾਈਲ ਕਰ ਚੁੱਕੀ ਹੋਈ ਹਾਂ ਇਹਦੇ ਖਿਲਾਫ। ਮੈਂ ਨਹੀਂ ਰਹਿਣਾ ਇਸ ਬੰਦੇ ਨਾਲ, ਕਿਉਂਕਿ ਜਦ ਮੈਂ ਬੁਲਾਇਆ ਹੀ ਵਾਸ ਨਾਟ ਦੇਅਰ। ਜਦ ਮੈਨੂੰ ਇਮੋਸ਼ਨਲੀ ਸਪੋਰਟ ਸੀ, ਯਾਰ ਕਿਸੇ ਦੀ ਮਾਂ ਮਰਨਾ ਨਾ ਉਹਦੇ ਵਾਸਤੇ ਨਾ ਇੱਕ ਹਿਸਾਬ ਦਾ ਮਰਨਾ ਹੁੰਦਾ ਹੈ। ਇਹ ਬੰਦਾ ਉਸ ਟਾਈਮ ਮੇਰੇ ਨਾਲ, ਜਦ ਮੇਰੇ ਕੋਲ ਫੀਸ ਇਕੱਠੀ ਨਹੀਂ ਹੋਈ, ਇਹ ਬੰਦਾ ਉਸ ਟਾਈਮ ਵੀ ਮੇਰੇ ਨਾਲ ਨਹੀਂ ਸੀ। ਬੰਦੇ ਨੇ ਜਾ ਕੇ ਲੋਕਾਂ ਨੂੰ ਪਤਾ ਨਹੀਂ ਕੀ ਕਿਹਾ ਮੇਰੇ ਬਾਰੇ। ਮੈਂ ਤਦ ਵੀ ਮੈਂ ਤੈਨੂੰ ਬੁਲਾਇਆ, ਇਹਨੇ ਡਿਨਾਈ ਕੀਤਾ ਮੈਂ ਨਹੀਂ ਆਣਾ। ਰਾਈਟ ਨਾਓ ਮੈਂ ਇਹਨੂੰ ਨਹੀਂ ਬੁਲਾਣਾ। ਤੂੰ ਜਿੱਥੇ ਜਾ ਕੇ ਹੋਰ ਮੇਰੀ ਬੇਇੱਜ਼ਤੀ ਕਰਨੀ ਆਸ਼ੀਸ਼ ਕਰ ਲੈ, ਮੈਂ ਰਾਈਟ ਆ, ਮੇਰੇ ਤੋਂ ਸਾਰੇ ਪ੍ਰੂਫ ਆ। ਮੈਂ ਤੈਨੂੰ ਬੁਲਾਇਆ, ਤੂੰ ਨਹੀਂ ਆਇਆ, ਤਾਂ ਹੁਣ ਮੇਰੇ ਉੱਤੇ ਏਦਾਂ ਸਿੱਟੜ ਸੁੱਟਣਾ ਬੰਦ ਕਰ। ਤੇਰੀ ਭੈਣ ਵੀ ਬ੍ਰੈਂਪਟਨ ਬੈਠੀ ਹੋਈ ਹੈ ਆਸ਼ੀਸ਼। ਜੇ ਅੱਜ ਨੂੰ ਤੂੰ ਮੇਰੇ ਨਾਲ ਏਦਾਂ ਕਰ ਰਿਹਾ ਪੁੱਤ, ਕੱਲ ਉਹਦੇ ਨਾਲ ਹੋਏਗਾ। ਕਰਮਾ ਇਜ਼ ਦ ਬਿਚ ਐਂਡ ਯੂ ਨੋ ਮੀ ਕਿ ਮੈਂ ਰੱਬ ਤੇ ਕਿੰਨਾ ਭਰੋਸਾ ਕਰਦੀ ਹਾਂ। ਹੋਲਡ ਰਵੀਨਾ, ਬਸ ਆਹੀ ਕਦੇ ਪਿਆਰ ਨਾਲ ਪੁੱਤ ਕਿਹਾ ਹੋਣਾ, ਅੱਜ ਪੁੱਤ ਕਿਹੜੇ ਕੰਟੈਕਸਟ ਦੇ ਵਿੱਚ ਕਹਿਣਾ ਪੈ ਰਿਹਾ। ਬਸ ਜਿਹੜੀ ਬਿਹੇਵ ਇਦਾਂ ਦਾ ਕਿਤੇ ਵੀ ਹੋ ਸਕਦਾਗਾ, ਉਹ ਮਾੜਾ ਲੱਗਦਾ। ਬਾਕੀ ਕੁਝ ਕੁ ਯੂਨੀਵਰਸਲ ਡਾਇਲੋਗਾਂ ਦਾ ਮੈਂ ਜ਼ਰੂਰ ਦੱਸ ਦਿੰਦਾ ਜੀ। ਇਹ ਜੇ ਕੋਈ ਮੁੰਡੇ, ਬਸ ਜੇ ਕਿਸੇ ਮੁੰਡੇ ਨੇ ਐ ਕਿਸੇ ਕੁੜੀ ਨਾਲ ਕਦੇ ਕੀਤਾ ਹੋਵੇ, ਮੁੰਡੇ ਨੂੰ ਤਦ ਹੀ ਕਹਿ ਦਿੱਤਾ ਜਾਂਦਾ ਕਿ ਤੇਰੀ ਭੈਣ ਨਾਲ ਇਦਾਂ ਹੋਵੇ ਜਾਂ ਕੁਛ ਐ ਹੋਵੇ, ਜੇ ਮੁੰਡੇ ਨੇ ਕੁੜੀ ਨੂੰ ਛੱਡਿਆ ਹੋਵੇ ਨਾ। ਪਰ ਇਹਨਾਂ ਦੇ ਕੇਸ ਵਿੱਚ ਮੈਨੂੰ ਐ ਲੱਗਦਾ ਇਹਨਾਂ ਦੀ ਹਜੇ ਵੀ ਬਣ ਜਾਣੀ ਹੈ ਜੀ ਓਕੇ ਰਵੀਨਾ ਜੀ, ਫਸਟ ਆਫ ਆਲ ਜਿਹੜੀ ਤੁਹਾਡੀ ਲੈਂਗੁਏਜ ਹੈ, ਹੀ ਟੈਲਡ ਯੂਰ ਹਸਬੈਂਡ ਯੂ ਨੋਟ ਸਪੋਜ਼ਡ ਟੂ ਕਾਲ ਪੁੱਤ। ਜਿਹੜੀ ਬ੍ਰੌਡਕਾਸਟਿੰਗ ਜਿਹੜੀ ਲੈਂਗੁਏਜ ਇਸ ਵੇਲੇ ਆ, ਉਹ ਐਕਸੈਪਟੇਬਲ ਨਹੀਂ ਹੈ ਤੁਹਾਡੀ। ਤੁਹਾਡਾ ਬਿਹੇਵੀਅਰ ਜਿਹੜਾ ਆ ਉਹ ਬ੍ਰੌਡਕਾਸਟ ਲਈ ਲੋਕ ਇਹ ਮਹਿਸੂਸ ਕਰ ਰਹੇ ਆ ਕਿ ਜਿੰਨਾ ਮਰਜ਼ੀ ਤੁਸੀਂ ਜੋ ਕਹਿ ਰਹੇ ਆ ਅਸੀਂ ਮੰਨਣ ਨੂੰ ਤਿਆਰ ਆ, ਪਰ ਜਿਸ ਹਿਸਾਬ ਨਾਲ ਤੁਸੀਂ ਗੱਲ ਕਰ ਰਹੇ ਹੋ ਆਪਣੇ ਹਸਬੈਂਡ ਦੇ ਨਾਲ, ਤੁਸੀਂ ਬੜੇ ਹਾਈਪਰ ਹੋ। ਤੁਸੀਂ ਨਾਟ ਓਨਲੀ ਅਗਰੈਸਿਵ, the way you talking to him without manners is not acceptable totally at all. You can't say put. The way you talking, the way you behave with your husband,
ਅਕੋਰਡਿੰਗ ਟੂ ਲਾਅ ਤੁਸੀਂ ਸ਼ਾਦੀ ਹੋਈ ਤੁਹਾਡੀ ਹੋਲਡ ਔਨ 1 ਸੈਕਿੰਡ ਜਿੱਥੇ ਹੋਲਡ ਔਨ ਪਲੀਜ਼ ਹੋਲਡ ਔਨ ਇਸ ਬੰਦੇ ਨੇ ਮੇਰਾ I don't care. You listen to me now. My turn is there. I am the host. You're not a host. You pay respect, okay? Ravina, I'm talking to you. Clear cut कि ਤੁਹਾਡੇ ਤੇ fraud ਦੇ charges laid ਹੋ ਜਾਣੇ ਆ 420 ਦੇ I'm telling you. Or you should give one chance to your husband. You have a choice. ਤੇ ਬਸ ਆ ਬਾਕੀ ਜੇ ਮੁੰਡੇ ਦੀ ਭੈਣ ਬ੍ਰੈਂਪਟਨ ਰਹਿੰਦੀ ਜੇ ਕੱਲ ਨੂੰ ਕੁਝ ਵੀ ਮੁੰਡੇ ਦੀ ਭੈਣ ਨੂੰ ਹੁੰਦਾ ਜਾਂ ਕੋਈ ਉਹਨਾਂ ਨਾਲ ਕੋਈ ਮਿਸ ਕੋਈ ਹੋ ਜਾਂਦੀ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਵੀ ਤਰ੍ਹਾਂ ਦਾ ਇਨਸੀਡੈਂਟ ਸੌਰੀ ਤਾਂ ਇਹ ਸਾਡੀ ਔਨ 에ਅਰ ਜਿਹੜੀ ਰਿਕਾਰਡਿੰਗ ਹੈ ਇਹਨਾਂ ਨੇ ਜਦੋਂ ਕਿਹਾ ਕਿ ਪੁੱਤ ਤੇਰੀ ਭੈਣ ਇੱਥੇ ਰਹਿੰਦੀ ਸੋ ਕਿਤੇ ਵੀ ਵੇਲੇ ਕਿਤੇ ਵੀ ਪ੍ਰੋਸੀਡ ਕੀਤੀ ਜਾ ਸਕਦੀ ਤੇ ਆਸ਼ੀਸ਼ ਜੀ ਤੁਸੀਂ ਜਦੋਂ ਮਰਜ਼ੀ ਸਾਡੇ ਤੋਂ ਲੈ ਸਕਦੇ ਹੋ ਫਸਟ ਆਫ ਆਲ ਇੱਕ ਗੱਲ ਕਹਾਂ ਮੈਂ ਤੁਸੀਂ ਇੰਨੀ ਗੱਲ ਕਹੀ ਹੈ ਨਾ ਕਿ ਆਸ਼ੀਸ਼ ਰਾਈਟ ਹੈ ਉਹਦੀ ਭੈਣ ਨੂੰ ਏਦਾਂ ਹੋ ਜਾਏਗਾ ਮੈਂ ਜਿੱਥੇ ਰਹਿ ਰਹੀ ਹਾਂ ਨਾ ਛੋਟਾ ਜਿਹਾ ਟਾਊਨ ਹੈ ਤੇ ਮੈਂ ਇੱਥੋਂ 3 ਸਾਲ ਤੋਂ ਹਿੱਲ ਨਹੀਂ ਪਾਈ ਕਿਉਂਕਿ ਨਾ ਮੇਰੀ ਹੈਸੀਅਤ ਆ ਹਿੱਲਣ ਦੀ ਮੈਂ ਹਜੇ ਸਟਰਗਲਿੰਗ ਆ ਤੇ ਮੈਂ ਵਰਕ ਪਰਮਿਟ ਤੇ ਆਈ ਨੂੰ ਮੈਨੂੰ ਹਜੇ ਇਹ ਸਾਲ ਹੀ ਹੋਇਆ ਵਾ ਕਿਸੇ ਨੂੰ ਕੀ ਮਾੜਾ ਕੀ ਕਰਨਾ ਮੈਂ ਖੁਦ 15 ਦਿਨ ਹੋ ਗਏ 20 ਦਿਨ ਮੈਂ ਹਸਪੀਟਲ ਸੀ ਡੂ ਯੂ ਵਾਂਟ ਟੂ ਸੀ ਦਾ ਹਸਪੀਟਲ ਰੈਕੋਰਡ ਆਫ ਮੀ ਮੇਰੀ ਕਿਡਨੀ ਇਨਫੈਕਸ਼ਨ ਸੀ ਮੈਂ ਇੱਥੇ ਬਲੱਡ ਦੀ ਮੈਨੂੰ ਆਇਰਨ ਡੈਫੀਸ਼ੀਐਂਸੀ ਸੀ ਇਸ ਬੰਦੇ ਨੂੰ ਸਭ ਪਤਾ ਹੀ ਨੇ ਮੇਰਾ ਹਾਲ ਚਾਲ ਪੁੱਛਿਆ ਹੁਣ ਮੈਂ ਇਹਦੇ ਤੇ ਐਲੀਗੇਸ਼ਨ ਲਗਾਵਾਂ ਕਿ ਜੇ ਮੈਨੂੰ ਕੱਲ ਨੂੰ ਕੁਝ ਹੋ ਗਿਆ ਤੇ ਆਸ਼ੀਸ਼ ਇਜ਼ ਰਿਸਪੌਂਸਿਬਲ ਆਈ ਵਿਲ ਕਲੇਮ ਦੈਟ ਰਿਕਾਰਡਿੰਗ ਡੂ ਯੂ ਵਾਂਟ ਮੀ ਟੂ ਡੂ ਦੈਟ one second. Okay, I give the answer. Hold on both party. Hold on both party, please. ਕੁੜੀਆਂ ਮੈਂ ਪਲੀਜ਼ ਮੇਰੀ ਮੈਰਿਜ ਕਿਹੜੀ ਹੋ ਨਹੀਂ ਹੈ ਮੈਂ ਕਰਵਾਈ ਹੈ 2016 ਦੀ ਮੈਰਿਜ ਹੋਈ ਹੈ ਅਰਵੀਨਾ ਜੀ ਕੈਨ ਯੂ ਹੋਲਡ 1 second? It's been 5 years. ਜੇ ਮੈਨੂੰ ਯੂਜ਼ ਕਰਨਾ ਹੁੰਦਾ ਤੇ ਮੈਂ 2019 ਤੱਕ ਦਾ ਵੇਟ ਨਹੀਂ ਕਰਨਾ ਹੀ ਟਰਾਈ ਟੂ ਅੰਡਰਸਟੈਂਡ ਮਾਈ ਕੇਸ ਇਜ਼ ਨਾਟ ਲਾਈਕ ਅਦਰਸ ਤੇ ਫਿਰ ਇੱਕੋ ਦਮ ਮਾਈਂਡ ਕਿੱਦਾਂ ਬਦਲ ਗਿਆ ਫਿਰ ਰਵੀਨਾ ਤੁਸੀਂ ਪੀਸੀਸੀ ਕਲੀਅਰ ਕਰਵਾ ਕੇ ਉਸ ਤੋਂ ਬਾਅਦ ਮਾਈਂਡ ਬਦਲ ਗਿਆ ਸਲੋ ਡਾਊਨ 1 second ਰਵੀਨਾ ਆਰ ਯੂ ਲਿਸਨਿੰਗ ਟੂ ਮੀ ਤੁਸੀਂ ਸੁਣ ਰਹੇ ਮੇਰੀ ਆਵਾਜ਼ ਨੂੰ ਹਾਂਜੀ ਜੀ ਬੋਲੋ ਹਾਂ ਇੱਕ ਗੱਲ ਤਾਂ ਸਲੋ ਡਾਊਨ ਹੋਵੋ ਤੇ ਦੂਜਾ ਤੁਸੀਂ ਨਾ ਹਾਈ ਪਿਚ ਵਿੱਚ ਨਾ ਗੱਲ ਕਰੋ ਮੇਰੀ ਮੈਨੂੰ ਜਦ ਮੇਰੇ ਮੰਮੀ ਦੀ you listen to me, you talking to me. Excuse me, stop it. ਮੇਰਾ ਗਲਤ ਡਿਸੀਜਨ ਆ I don't care your decision or what. I'm talking to you. Please, high pitch ਵਿੱਚ ਗੱਲ ਕਰੋਗੇ ਤਾਂ ਤੁਹਾਨੂੰ ਡ੍ਰੌਪ ਕਰ ਦੇਣਾ ਲਾਈਨ. I'm telling you now. Stop talking that way, okay, please. I'm speaking to you with respect. You must have manners how to talk to me. I'm telling you, excuse me, bring your volume low. ਤੁਹਾਡਾ ਬਿਹੇਵੀਅਰ ਠੀਕ ਨਹੀਂ ਹੈ ਸਰ ਮੇਰੀ ਗੱਲ ਸੁਣੋ ਤੁਸੀਂ ਬਿਹੇਵੀਅਰ ਕਹਿੰਦੇ ਪਏ ਹੋ ਜਿਹੜਾ ਸੱਚ ਲਿਸਨ ਟੂ ਮੀ ਐਕਸਕਿਊਜ਼ ਮੀ ਸਟਾਪ ਇਟ ਨਾਓ ਕੋਈ ਝੂਠੇ ਪ੍ਰੂਫ ਪਲੀਜ਼ ਸਟਾਪ ਇਟ ਨਾਓ ਕਰਕੇ ਬੈਠਾ ਆਈ ਐਮ ਗਿਵਿੰਗ ਯੂ ਲਾਸਟ ਚਾਂਸ ਟੂ ਸਟਾਪ ਕੀ ਕਹਿਣਾ ਚਾਹੁੰਦੇ ਸਰ ਬੋਲੋ ਤੁਸੀਂ ਪਲੀਜ਼ ਤੁਸੀਂ ਉਹਨਾਂ ਤੱਕ ਬੋਲੋਗੇ ਨਹੀਂ ਓਕੇ ਲਾਸਟ ਕੁਐਸਚਨ ਇਜ਼ ਦਿਸ ਤੁਸੀਂ ਆਪਣੇ ਹਸਬੰਡ ਨੂੰ ਇੱਕ ਚਾਂਸ ਦੇਣਾ ਚਾਹੁੰਦੇ ਹੋ ਜਾਂ ਨਹੀਂ नो नेवर ऐसे जन्म च ਤਾਂ ਬਿਲਕੁਲ ਨਹੀਂ ਇਹਨੂੰ ਹੋਰ ਮੇਰੀ ਖਈ ਕਰਨੀ ਹੈ ਤੂੰ ਕਰ ਜਾ ਕੇ ਜਿੱਥੇ ਕਰਨੀ ਹੈ ਇਹੋ ਜਿਹਾ ਬੰਦਾ ਤਾਂ ਮੈਂ ਵੀ ਰეკਮੈਂਡ ਕਰਾਂਗੀ ਕੋਈ ਅੱਗੇ ਇਹਨੂੰ ਕੋਈ ਕੁੜੀ ਨਾ ਮਿਲੇ ਕੋਈ ਰੁਬੀਨਾ ਮਹਿਬੂਬ ਤੁਸੀਂ ਮੈਨੂੰ ਕੀਤਾ ਤੇ ਇਦਾਂ ਕਰ ਸਕਦਾ ਮੈਂ ਇਹਨੂੰ ਕੋਈ ਚਾਂਸ ਨਹੀਂ ਦੇਣਾ ਓਕੇ ਫਾਈਨ ਠੀਕ ਹੈ ਇਜ਼ ਫਾਈਨ ਫੀਨਾ ਇਟ ਯੂਰ ਡਿਸੀਜਨ ਇਜ਼ ਫਾਈਨ ਬਿਕਾਜ਼ ਵੀ ਕੈਨਟ ਚੇਂਜ ਯੂਰ ਡਿਸੀਜਨ ਐਂਡ ਵੀ ਵਾਂਟ ਟੂ ਚੇਂਜ ਯੂਰ ਡਿਸੀਜਨ ਵੀ ਹੈਵ ਨਥਿੰਗ ਟੂ ਡੂ ਸਾਡਾ ਕੋਈ ਮੈਟਰ ਨਹੀਂ ਹੈ ਤੁਹਾਡੇ ਡਿਸੀਜਨ ਵਿੱਚ ਕਿ ਤੁਸੀਂ ਆਪਣਾ ਮਾਈਂਡ ਚੇਂਜ ਕਰੋ ਸਾਡੇ ਕੋਲ ਹਾਂ ਯੂ ਕੈਨ ਡੂ ਵਾਟ ਐਵਰ ਯੂ ਵਾਂਟ ਡੂ ਇਟ ਬਟ ਆਈ ਕੈਨ ਟੈਲ ਯੂ ਵਨ ਥਿੰਗ ਇਹਦੇ ਵਿੱਚ ਫਰਾਡ ਹੈ which is being going to pass over hold on a second listen to me you must listen what I'm saying ਇੱਕ ਤੁਸੀਂ ਹਾਈ ਪਿਚ ਚ ਬੋਲਣਾ or bring your volume low okay please I give you last chance okay warning I give you warning so okay Mr. Rakeen Ashish I send you one letter you have to sign it you send to CBSA and to RCMP also give to the police ਐਂਡ 420 ਦਾ ਪਰਚਾ ਦਰਜ ਕਰਾਓ ਔਰ ਪੀਸੀਸੀ ਕੈਂਸਲ ਕਰਾ ਲਓ ਰਾਈਟ ਵੇ ਜਿਹੜੀ ਕਲੀਅਰੈਂਸ ਕੀਤੀ ਹੋਈ ਹੈ ਆਈ ਵਿਲ ਕਾਲ ਦੀ ਲੋਕਲ ਪੁਲਿਸ ਸਰ ਪੀਸੀਸੀ ਕਿਦਾਂ ਕੈਂਸਲ ਹੋਏਗੀ ਹਾਂ ਕੈਂਸਲ ਹੋ ਜਾਊਗੀ ਕਿ ਤੁਸੀਂ ਰਾਈਟ ਵੇ ਨਾਲ ਤੇ ਪਰਚਾ ਦਰਜ ਕਰਾਓ ਕਿ ਤੁਹਾਡੇ ਤੇ ਪੈਸੇ ਜਿਹੜੇ ਆ ਤੁਸੀਂ ਲਾਏ ਆ ਤੇ 420 ਹੋਈ ਆ ਪੀਸੀਸੀ ਕੈਂਸਲ ਹੋਣਾ ਐਂਡ ਪਲੱਸ ਤੁਹਾਨੂੰ ਦੱਸਦੇ ਆ ਕਿ ਜਿਹੜਾ ਇੰਡੀਅਨ ਪਾਸਪੋਰਟ ਆ ਯੂ ਹੈਵ ਰਾਈਟਸ ਟੂ ਕੈਂਸਲ ਗਵਰਨਮੈਂਟ ਨੇ ਆਪਣੇ ਆਪ ਕੈਂਸਲ ਕਰ ਲੈਣਾ ਜਦੋਂ ਫਰਾਡ ਵਿੱਚ ਇਨਵੋਲਵ ਹੈ ਹੈਲੋ ਠੀਕ ਹੈ ਨਾ so nothing else to say and she don't want you ਆਪਣਾ ਡਿਸੀਜਨ ਹੈ ਸੋ ਅਸੀਂ ਉਹ ਡਿਸੀਜਨ ਰਿਸਪੈਕਟ ਕਰਦੇ ਹਾਂ ਸੋ ਰਵੀਨਾ ਜੀ ਦਾ ਅਸੀਂ ਰਿਸਪੈਕਟ ਕਰਦੇ ਹਾਂ ਉਹਦਾ ਆਪਣਾ ਡਿਸੀਜਨ ਹੈ ਬਟ ਅਸੀਂ ਨਾਲ ਇਹ ਵੀ ਜਾਣਨਾ ਚਾਹੁੰਦੇ ਹਾਂ ਰਵੀਨਾ ਜੀ ਜਦੋਂ ਤੁਸੀਂ ਇੰਡੀਆ ਵਿੱਚ ਸੀ ਤੁਹਾਡੀ ਪੇ ਕਿੰਨੀ ਸੀਗੀ ਪੇ ਰਵੀਨਾ ਜੀ ਦੱਸਣਗੇ ਜਦੋਂ ਦੁਬਾਰੇ ਅਸੀਂ ਜੁੜਾਂਗੇ ਜੀ ਉਹਨਾਂ ਨਾਲ ਲਾਈਨ ਉਹਨਾਂ ਦੀ ਕੱਟ ਗਈ ਹੈ ਜੀ
ਰਵੀਨਾ ਇੰਨੀ ਹਾਈ ਪਿਚ ਵਿੱਚ ਬੋਲ ਰਹੀ ਹੈ ਵੀ ਕਾਂਟ ਐਕਸੈਪਟ ਦੈਟ। ਹਾਂਜੀ ਬਾਕੀ ਆਸ਼ੀਸ਼ ਜੀ ਨੇ ਇਹ ਵੀ ਕਿਹਾ ਸੀ ਬਸ ਸਾਹਿਬ ਕਹਿੰਦਾ ਕਿ ਜਦੋਂ ਮੈਨੂੰ ਉਹਨਾਂ ਨੇ ਕਿਹਾ ਕਿ ਲਿਵਨ ਦੇ ਵਿੱਚ ਆ ਤਾਂ ਆਸ਼ੀਸ਼ ਕਹਿੰਦਾ ਮੈਨੂੰ ਯਕੀਨ ਨਹੀਂ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੂੰ ਝੂਠ ਬੋਲਦੀ ਆ ਤਾਂ ਆਸ਼ੀਸ਼ ਜੀ ਕਹਿੰਦੇ ਕਿ ਰਬੀਨਾ ਨੇ ਫਿਰ ਮੈਨੂੰ ਕਿਹਾ ਮੈਂ ਤੇਰੀ ਗੱਲ ਕਰਾਵਾਂ। ਐਸੀ ਐਨੀਵੇ ਅਸੀਂ ਇਹ ਗੱਲਬਾਤ ਕਰਦੇ ਹਾਂ ਅੱਗੇ ਚੱਲ ਕੇ ਔਰ ਅਸੀਂ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ 5 ਮਿੰਟ ਦੇ ਵਾਸਤੇ। ਪਬਲਿਕ ਓਪੀਨੀਅਨ ਮੈਨੂੰ ਫੋਨ ਕਰੋ। ਰਜਿੰਦਰ ਗਾਇਕ